TV 16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਪਾਲ ਵੱਲੋਂ ਸਤਿ ਸ੍ਰੀ ਅਕਾਲ ਜੀ। ਸੋ ਸਮਾਗਤ ਕਰਦਾ ਜੀ ਤੁਹਾਡਾ ਮੈਂ ਪ੍ਰੋਗਰਾਮ ਖੁੱਲਾ ਸੱਦਾ ਦੇ ਵਿੱਚ। ਉਮੀਦ ਕਰਦਾ ਕਿ ਤੁਹਾਨੂੰ ਅੱਜ ਵਾਲਾ ਪ੍ਰੋਗਰਾਮ ਵੀ ਪਸੰਦ ਆਵੇਗਾ। ਅੱਜ ਦਾ ਅਸੀਂ ਟੌਪਿਕ ਲਿਆ ਹੈਗਾ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟੀਆਂ, ਉਹਨਾਂ ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਇਹ ਵਾਕਿਆ ਹੀ ਘਟਨਾਵਾਂ ਨੇ ਕਿ ਜਾਂ ਇਹ ਹਿੰਦੂ ਰਾਸ਼ਟਰਵਾਦ ਦਾ ਜਿਹੜਾ ਹੈਗਾ ਇੱਕ ਅਸਲੀ ਚਿਹਰਾ ਸਾਨੂੰ ਦਿਖ ਰਿਹਾ ਹੈਗਾ। ਕੁਝ ਚਿਹਰੇ ਐਸੇ ਹੁੰਦੇ ਨੇ ਜਿਹੜੇ ਕੁਝ ਲੁਕਵੇਂ ਰੂਪ ਦੇ ਵਿੱਚ ਹੁੰਦੇ ਨੇ, ਪਰ ਕੁਝ ਅਜਿਹੇ ਹੁੰਦੇ ਨੇ ਜਿਹੜੇ ਬਿਲਕੁਲ ਤੁਹਾਡੇ ਸਾਹਮਣੇ ਤੁਹਾਡੀਆਂ ਅੱਖਾਂ ਦੇਖ ਰਹੀਆਂ ਹੁੰਦੀਆਂ ਨੇ, ਪਰ ਕਿਸੇ ਵਕਤ ਅਸੀਂ ਉਹਨਾਂ ਨੂੰ ਉਸ ਸਮਝ ਨਾਲ, ਉਸ ਨਜ਼ਰੀਏ ਨਾਲ ਵੇਖਣ ਦੀ ਜਿਹੜੀ ਕੋਸ਼ਿਸ਼ ਆ ਅਸੀਂ ਨਹੀਂ ਕਰਦੇ ਹੈਗੇ। ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੀ ਲੁਧਿਆਣੇ ਦੇ ਵਿੱਚ ਘਟਨਾ ਵਾਪਰੀ ਹੈ। ਆਪਾਂ ਪਹਿਲਾਂ ਵੀ ਆਪਣੇ ਇੱਕ ਨਾਰਮਲ ਪ੍ਰੋਗਰਾਮਾਂ ਦੇ ਵਿੱਚ ਗੱਲਬਾਤ ਕਰ ਚੁੱਕੇ ਸੀ, ਜਿਸ ਦਿਨ ਪਹਿਲੇ ਦਿਨ ਹਾਲੇ ਇਸ ਬੰਦੇ ਦੀ ਆਡੀਓ ਜਿਹੜੀ ਸੀ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਸੀ ਪਹੁੰਚੀ ਸੀ। ਮੈਂ ਗੱਲ ਕਰਦਾ ਪਿਆ ਕਿ ਅਨਿਲ ਅਰੋੜਾ ਜਿਹੜਾ ਸੀਗਾ ਉਰਫ ਬੌਬੀ, ਜਿਹਨੇ ਗੁਰੂ ਸਾਹਿਬ ਦੇ ਬਾਰੇ ਜਾਂ ਗੁਰੂ ਸਾਹਿਬ ਦੇ ਪਿਤਾ ਜੀ ਦੇ ਬਾਰੇ, ਮਾਤਾ ਜੀ ਦੇ ਬਾਰੇ ਗਲਤ ਸ਼ਬਦਾਵਲੀ ਦਾ ਜਿਹੜੀ ਵਰਤੋਂ ਕੀਤੀ ਤੇ ਉਹਦੇ ਵਿੱਚ ਉਹਦੀ ਇੱਕ ਭਾਵਨਾ ਸੀ। ਉਸ ਭਾਵਨਾ ਦੇ ਅਧੀਨ ਜਿਹੜਾ ਹੈ ਉਸਨੇ ਇਹ ਸਾਰਾ ਕੁਝ ਜਿਹੜਾ ਉਹ ਪ੍ਰਗਟ ਕੀਤਾ। ਜੇ ਅੱਜ ਅਸੀਂ ਇਸ ਨੂੰ ਸਿਰਫ ਇੱਕ ਘਟਨਾ ਦੇ ਰੂਪ ਦੇ ਵਿੱਚ ਕਿ ਇੱਕ ਇਨਸਾਨ ਨੇ ਇੱਕ ਗਲਤੀ ਕਰ ਦਿੱਤੀ ਤੇ ਉਹ ਗਲਤੀ ਨੂੰ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਬੜੇ ਖੁੱਲੇ ਰੂਪ ਦੇ ਵਿੱਚ ਜਿਹੜਾ ਆਪਣਾ ਪ੍ਰਚਾਰਿਆ ਤੇ ਸਿਰਫ ਇਸ ਨੂੰ ਇੱਕ ਗਲਤੀ ਮੰਨ ਲੈਂਦੇ ਆ ਜਾਂ ਇੱਕ ਛੋਟੇ ਜਿਹੇ ਘਟਨਾ ਦੇ ਤੌਰ ਦੇ ਉੱਤੇ ਮੰਨ ਲੈਂਦੇ ਆ, ਤੇ ਮੈਨੂੰ ਲੱਗਦਾ ਕਿ ਇਹ ਸਾਡੇ ਵਾਸਤੇ, ਅਸੀਂ ਆਪਣੇ ਧਰਮ ਵਾਸਤੇ, ਆਪਣੇ ਉਸ ਗੁਰੂ ਨਾਨਕ ਪਿਤਾ ਵਾਸਤੇ ਜਿਹੜਾ ਬੇਇਨਸਾਫੀ ਜਿਹੜੀ ਆ ਉਹ ਦੇਖ ਰਹੇ ਹੋਵਾਂਗੇ। ਸੋ ਸਵਾਲ ਇੱਥੇ ਪੈਦਾ ਹੋ ਜਾਂਦਾ ਹੈਗਾ ਕਿ ਜਿਨ੍ਹਾਂ ਨਾਲ ਤੁਸੀਂ ਰਹਿ ਰਹੇ ਹੋ, ਜਿਨ੍ਹਾਂ ਨਾਲ ਤੁਸੀਂ ਆਪਣਾ 75 ਸਾਲਾਂ ਤੋਂ ਰਹਿ ਰਹੇ ਹੋ, ਉਹਨਾਂ ਦੇ ਮਨ ਦੀ ਜਿਹੜੀ ਅਵਸਥਾ ਹੈ ਜਾਂ ਉਹਨਾਂ ਦੀ ਜਿਹੜੀ ਸੋਚਣੀ ਆ, ਉਹਦਾ ਜਿਹੜਾ ਹੈ ਉਹ ਲੈਵਲ ਕੀ ਹੈਗਾ, ਉਹ ਕੀ ਸੋਚਦੇ ਨੇ, ਕਿਹੋ ਜੀ ਉਹਨਾਂ ਦੀ ਸੋਚ ਹੈਗੀ ਆ। ਗੱਲ ਤਾਂ ਇੱਥੇ ਆ ਕੇ ਜਿਹੜੀ ਆ ਉਹ ਮੁੱਕ ਜਾਂਦੀ ਹੈਗੀ ਆ। ਬਹੁਤ ਸਾਰੇ ਪੰਜਾਬੀ ਹਿੰਦੂ ਐਕਟਿਵਿਸਟ ਜਦੋਂ ਤੁਸੀਂ ਉਹਨਾਂ ਦੀ ਇੰਟਰਵਿਊ ਸੁਣਦੇ ਹੋ ਤਾਂ ਉਹ ਇੱਕ ਗੱਲ ਕਰਦੇ ਨੇ ਕਿ ਪੰਜਾਬ ਹਮੇਸ਼ਾ ਜਿਹੜਾ ਉਹ ਅਲੱਗ ਤਰ੍ਹਾਂ ਦੇ ਨਾਲ ਭਾਰਤ ਦੇ ਵਿੱਚ ਅਲੱਗ ਤਰ੍ਹਾਂ ਦੀ ਉਹਦੀ ਜਿਹੜੀ ਹੈ ਸੋਚ ਆ ਤੇ ਅਲੱਗ ਤਰ੍ਹਾਂ ਦੇ ਨਾਲ ਉਹ ਬਾਕੀ ਘਟਨਾਵਾਂ ਨੂੰ ਵੀ ਦੇਖਦਾ ਤੇ ਬਾਕੀ ਚੀਜ਼ਾਂ ਨੂੰ ਵੀ ਉਹ ਵਰਤਾਅ ਵੀ ਉਸ ਤਰ੍ਹਾਂ ਦੇ ਨਾਲ ਹੀ ਅਲੱਗ ਤੌਰ ਦੇ ਉੱਤੇ ਕਰਦਾ। ਉਹ ਸਿਰਫ ਕਹਿਣ ਨੂੰ ਹੈਗਾ, ਉਹ ਕਹਿਣ ਦੇ ਵਾਸਤੇ ਸ਼ਬਦਾਂ ਦੇ ਹੇਰ ਫੇਰ ਹੈਗੇ ਨੇ, ਪਰ ਜਦੋਂ ਘਟਨਾਵਾਂ ਜਾਂ ਜਦੋਂ ਇਹੋ ਜਿਹੀਆਂ ਚੀਜ਼ਾਂ ਵਾਪਰਦੀਆਂ ਨੇ ਉਹ ਕਿਤੇ ਦਿਸਦੇ ਨਹੀਂ। ਉਹਨਾਂ ਦੀ ਕੋਈ ਭਾਵਨਾ ਇਹੋ ਜਿਹੀ ਪ੍ਰਗਟ ਹੁੰਦੀ ਨਾ ਕਿਸੇ ਟੀਵੀ ਚੈਨਲ ਤੇ, ਨਾ ਕਿਤੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ, ਨਾ ਕਿਤੇ ਉਹੋ ਜਿਹੇ ਜਗ੍ਹਾ ਦੇ ਉੱਤੇ ਜਿੱਥੇ ਉਹਨਾਂ ਨੂੰ ਬੋਲਣਾ ਚਾਹੀਦਾ। ਉਹ ਬਿਲਕੁਲ ਚੁੱਪ ਧਾਰ ਜਾਂਦੇ ਨੇ ਉਸ ਟਾਈਮ ਦੇ ਉੱਤੇ, ਕਿਉਂਕਿ ਉਦੋਂ ਉਹਨਾਂ ਨੂੰ ਇਹ ਭੁੱਲ ਜਾਂਦਾ ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਹੀ ਬੈਠੇ ਹੋਏ ਹਾਂ ਜਾਂ ਪੰਜਾਬ ਦੀ ਧਰਤੀ ਦੇ ਉੱਤੇ ਰਹਿੰਦੇ ਹਾਂ। ਜਦੋਂ ਕੋਈ ਵੈਸੇ ਜਰਨਲ ਡਿਬੇਟ ਚੱਲਦੀ ਹੁੰਦੀ ਆ, ਉਦੋਂ ਉਹ ਇੱਕ ਜਿਹੜੀ ਹੈ ਭਾਈਚਾਰਕ ਸਾਂਝ ਦੀ ਜਿਹੜੀ ਦਵਾਈ ਉਹ ਦਿੰਦੇ ਹੈਗੇ ਆ ਕਿ ਇੱਥੇ ਦਾ ਜਿਹੜਾ ਹਿੰਦੂ ਆ ਉਹ ਬੜਾ ਸੈਕੂਲਰ ਹੈਗਾ, ਇੱਥੇ ਦਾ ਜਿਹੜੇ ਲੋਕ ਨੇ ਰਹਿੰਦੇ ਉਹਨਾਂ ਦਾ ਬੜਾ ਭਾਈਚਾਰਕ ਸੰਬੰਧ ਨੇ। ਮੈਨੂੰ ਇੱਕ ਗੱਲ ਦੱਸੋ ਕਿ ਇਹੋ ਜਿਹੇ ਭਾਈਚਾਰੇ ਤੋਂ ਅਸੀਂ ਲੈਣਾ ਕੀ ਆ? ਇਹੋ ਜਿਹੇ ਭਾਈਚਾਰੇ ਦੇ ਸਾਨੂੰ ਨਹੀਂ ਚਾਹੀਦਾ ਜਿਹੜਾ ਭਾਈਚਾਰੇ ਤੁਹਾਡੀ ਹੋਂਦ ਦੇ ਉੱਤੇ ਸਵਾਲ ਕਰਨਾ ਸ਼ੁਰੂ ਕਰ ਦੇਵੇ ਜਾਂ ਤੁਹਾਡੀ ਹੋਂਦ ਨੂੰ ਮੰਦਾ ਭਲਾ ਜਿਹੜਾ ਹੈ ਉਹ ਬੋਲਣਾ ਸ਼ੁਰੂ ਕਰ ਦੇਵੇ। ਲੱਖ ਤੁਸੀਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਨੱਕ ਰਗੜਦੇ ਹੋ, ਲੱਖ ਤੁਸੀਂ ਗੁਰਦੁਆਰਿਆਂ ਦੇ ਵਿੱਚ ਜਾਂਦੇ ਹੋ, ਲੱਖ ਤੁਸੀਂ ਸਮਾਗਮਾਂ ਦੇ ਵਿੱਚ ਜਾਂਦੇ ਹੋ, ਪਰ ਲੇਕਿਨ ਤੁਹਾਡੇ ਜਿਹੜੇ ਅਸਲੀ ਐਕਸ਼ਨ ਨੇ ਉਹ ਕਿਤੇ ਸਾਨੂੰ ਨਜ਼ਰ ਆਉਂਦੇ ਨਹੀਂ। ਨਾ ਬਾਕੀ ਤਾਂ ਗੱਲਾਂ ਤੁਸੀਂ ਛੱਡ ਦਿਓ ਕਿ ਪੰਜਾਬ ਦੇ ਭਵਿੱਖ ਦੇ ਬਾਰੇ ਕਦੀ ਤੁਸੀਂ ਕੋਈ ਚੰਗਾ ਸੋਚਿਆ ਹੋਵੇ, ਲੇਕਿਨ ਉਸ ਦੇ ਇਲਾਵਾ ਵੀ ਤੁਸੀਂ ਜਦੋਂ ਕਿਤੇ ਧਾਰਮਿਕ ਪੱਖ ਵੀ ਆ ਜਾਂਦਾ, ਉੱਥੇ ਵੀ ਤੁਹਾਡੀ ਕਿਤੇ ਕੋਈ ਸ਼ਮੂਲੀਅਤ ਨਜ਼ਰ ਜਿਹੜੀ ਆ ਉਹ ਆਉਂਦੀ ਨਹੀਂ ਉਸ ਲੈਵਲ ਦੇ ਉੱਤੇ ਜਿਹੜੇ ਲੈਵਲ ਦੇ ਉੱਤੇ ਆਉਣੀ ਚਾਹੀਦੀ ਹੈਗੀ ਆ। ਉਦਾਂ ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਵੀ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਆ, ਪਰ ਜਦੋਂ ਐਡਾ ਵੱਡਾ ਕੋਈ ਬੰਦਾ ਜਿਹੜਾ ਇੱਕ ਕਿਸਮ ਦਾ ਆਪਾਂ ਕਹਿ ਲਈਏ ਕਿ ਜ਼ਹਿਰ ਉਗਲ ਲਿਆ ਸੀਗਾ ਤੇ ਉਸ ਤੋਂ ਬਾਅਦ
ਸਾਰਾ ਲੁਧਿਆਣਾ ਜਿਹੜਾ ਸੀਗਾ ਉਹ ਕਿੰਨੇ ਕ ਬੰਦੇ ਜਿਹੜੇ ਸੀਗੇ ਉਹ ਹਿੰਦੂ ਐਕਟਿਵਿਸਟ ਬਾਹਰ ਆਏ ਜਾਂ ਬਾਕੀ ਜਿਹੜੇ ਨੇ ਉਹ ਬਾਹਰ ਆਏ, ਕਿ ਉਹਨਾਂ ਨੂੰ ਆਉਣਾ ਨਹੀਂ ਸੀ ਚਾਹੀਦਾ ਹੈਗਾ। ਸੋ ਮੈਨੂੰ ਲੱਗਦਾ ਕਿ ਇਹੋ ਜਿਹੀ ਜਿਹੜੀਆਂ ਆਪਾਂ ਭਾਈਚਾਰਕ ਸਾਂਝ ਦੀ ਐਵੇਂ ਗੱਲਾਂ ਜੀਆਂ ਕਰੀ ਬੈਠੇ ਆ ਜਾਂ ਐਵੇਂ ਵਹਿਮ ਜਿਹਾ ਪਾਲੀ ਬੈਠੇ ਹੈਗੇ ਆ, ਜਦੋਂ ਮੌਕਾ ਆਉਂਦਾ, ਜਦੋਂ ਕੋਈ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਜਦ ਕਦੀ ਕੋਈ ਇਹੋ ਜਿਹਾ ਸਿੱਖਾਂ ਦੇ ਉੱਤੇ ਜਾਂ ਸਿੱਖਾਂ ਬਾਰੇ ਕੋਈ ਇਹੋ ਜਿਹੀ ਗੱਲ ਬੋਲੀ ਜਾਣੀ ਸ਼ੁਰੂ ਹੁੰਦੀ ਆ ਜਾਂ ਬੋਲਦੀ ਜਾਂਦੀ ਆ ਜਾਂ ਕੋਈ ਐਕਸ਼ਨ ਹੁੰਦਾ, ਉਦੋਂ ਇਹ ਸੁਸਰੀ ਦੀ ਜਿਹੜੀ ਹੈਗੀ ਆ ਨੀਂਦ ਸੌਂ ਜਾਂਦੇ ਆ। ਤੇ ਉਦੋਂ ਇਹ ਕਿਤੇ ਇਹਨਾਂ ਕੋਲ ਭਾਈਚਾਰਕ ਜਿਹੜਾ ਜਿਹਨੂੰ ਇਹ ਰੋਜ਼ ਅਲਾਪਦੇ ਨੇ, ਉਹ ਭਾਈਚਾਰਕ ਸਾਂਝ ਇਹਨਾਂ ਦੀ ਕਿਤੇ ਦਿਖਾਈ ਨਹੀਂ ਦਿੰਦੀ। ਤੇ ਸਾਨੂੰ ਸਿੱਖਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਸਾਨੂੰ ਇਹੋ ਜਿਹੀ ਭਾਈਚਾਰਕ ਜਿਹੜੀ ਸਾਂਝ ਆ ਉਹਦੀ ਲੋੜ ਵੀ ਨਹੀਂ ਹੈਗੀ। ਇਹ ਇੱਕ ਬੜੀ ਵੱਡੀ ਘਟਨਾ, ਇਹਨੂੰ ਸਿਰਫ ਘਟਨਾ ਦੇ ਤੌਰ ਦੇ ਉੱਤੇ ਲੈ ਲੈਣਾ ਮੇਰੇ ਹਿਸਾਬ ਨਾਲ ਕੋਈ ਬਹੁਤ ਸਿਆਣਪ ਵਾਲੀ ਗੱਲ ਨਹੀਂ। ਇਹ ਅਸਲੀ ਜਿਹੜਾ ਹੈ ਹਿੰਦੂਤਵਵਾਦ ਦਾ ਅਸਲੀ ਚਿਹਰਾ ਤੇ ਉਸ ਹਿੰਦੂ ਰਾਸ਼ਟਰ ਦਾ ਅਸਲੀ ਚਿਹਰਾ ਤੁਹਾਡੇ ਸਾਹਮਣੇ ਆ ਕਿ ਜਦੋਂ ਕਦੀ ਇਹਨਾਂ ਨੇ ਇਸ ਚੀਜ਼ ਨੂੰ, ਜਦੋਂ ਇਹਨਾਂ ਦੇ 2025 ਚ ਜਾਂ ਉਸ ਤੋਂ ਪਹਿਲਾਂ ਇਹਨਾਂ ਨੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਡਿਕਲੇਅਰ ਕਰ ਦਿੱਤਾ, ਤੇ ਉਦੋਂ ਤੁਹਾਡੀ ਸਥਿਤੀ ਜਿਹੜੀ ਆ ਉਹ ਕੀ ਹੋਊਗੀ, ਤੁਹਾਨੂੰ ਕੀ ਕਰਨਗੇ ਤੁਹਾਡੇ ਨਾਲ। ਹੋਰ ਘਟਨਾਵਾਂ ਤੇ ਆਪਾਂ ਨਜ਼ਰ ਜਿਹੜੀ ਆ ਉਹ ਪਾਉਂਦੇ ਹੈਗੇ ਆ। ਇੱਕ ਘਟਨਾ ਹੋਰ ਵਾਪਰੀ, ਉਹ ਘਟਨਾ ਸੀਗੀ ਕਿ ਪਾਕਿਸਤਾਨ ਤੇ ਜਿਹੜਾ ਭਾਰਤ ਦਾ T20 ਮੈਚ ਹੋਇਆ, ਉਹਦੇ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਜਿਹੜਾ ਉਹ ਬੜੀ ਪੂਰੀ ਤਰ੍ਹਾਂ ਦੇ ਨਾਲ ਹਰਾਇਆ। ਤੇ ਪੰਜਾਬ ਦੇ ਵਿੱਚ ਕਦੀ ਅਜਿਹੀ ਘਟਨਾਵਾਂ ਵਾਪਰਦੀਆਂ ਨਹੀਂ ਸੀਗੀਆਂ, ਪਰ ਉਹ ਵਾਪਰਿਆ। ਸੰਗਰੂਰ ਦੇ ਵਿੱਚ ਜਿਹੜਾ ਭਾਈ ਗੁਰਦਾਸ ਇੰਜੀਨੀਅਰਿੰਗ ਕਾਲਜ ਆ, ਉਹਦੇ ਵਿੱਚ ਕੁਝ ਕਸ਼ਮੀਰੀ ਵੀ ਪੜ੍ਹਦੇ ਸੀ, ਉਹਦੇ ਵਿੱਚ ਸਾਡੇ ਪੰਜਾਬ ਦੇ ਬੱਚੇ ਵੀ ਪੜ੍ਹਦੇ ਆ, ਤੇ ਕੁਝ ਹੋਰ ਵੀ ਯੂਪੀ ਬਿਹਾਰ ਜਾਂ ਹੋਰ ਅਲੱਗ-ਅਲੱਗ ਸਟੇਟਾਂ ਤੋਂ ਆ ਕੇ ਵੀ ਜਿਹੜੇ ਲੋਕ ਇੰਜੀਨੀਅਰਿੰਗ ਦੇ ਵਿੱਚ ਦਾਖਲਾ ਲੈਂਦੇ ਨੇ ਆਪਣੇ ਰੈਂਕਿੰਗ ਦੇ ਹਿਸਾਬ ਦੇ ਨਾਲ, ਉਸ ਹਿਸਾਬ ਦੇ ਨਾਲ ਉੱਥੇ ਆ ਕੇ ਉਹ ਪੜ੍ਹਦੇ ਨੇ, ਜਾਂ ਕੁਝ ਉੱਥੇ ਪੇਡ ਸੀਟਾਂ ਹੁੰਦੀਆਂ ਨੇ। ਚਲੋ ਇਹ ਇੱਕ ਅਲੱਗ ਉਹਨਾਂ ਦਾ ਸਿਸਟਮ ਹੈਗਾ, ਪਰ ਮੇਰਾ ਕਹਿਣ ਦਾ ਭਾਵ ਹੈ ਕਿ ਅਲੱਗ-ਅਲੱਗ ਪ੍ਰਾਂਤਾਂ ਤੋਂ ਲੋਕ ਉੱਥੇ ਆ ਕੇ ਪੜ੍ਹਦੇ ਨੇ। ਤੇ ਉੱਥੇ ਪਾਕਿਸਤਾਨ ਮੈਚ ਜਿੱਤਣ ਤੋਂ ਬਾਅਦ ਇਹ ਕਿਸੇ ਦੀ ਆਪਣੀ ਭਾਵਨਾ ਹੋ ਸਕਦੀ ਆ, ਤੁਸੀਂ ਜਿਸ ਸਟੇਟ ਨੂੰ ਜਾਂ ਜਿਸ ਧਰਮ ਨੂੰ ਬਿਲੋਂਗ ਕਰਦੇ ਹੁੰਦੇ ਹੋ, ਤੁਹਾਡੀਆਂ ਭਾਵਨਾਵਾਂ ਦੇ ਉੱਤੇ ਕਿਸੇ ਦਾ ਕੋਈ ਜ਼ੋਰ ਨਹੀਂ ਹੈਗਾ, ਜਾਂ ਉੱਥੇ ਕਿੰਨਾ ਕੁ ਇਹ ਚੀਜ਼ ਹੋਈ ਜਾਂ ਨਹੀਂ ਹੋਈ। ਪਰ ਲੇਕਿਨ ਉੱਥੇ ਜਿਹੜੇ ਯੂਪੀ ਬਿਹਾਰ ਦੇ ਜਾਂ ਹੋਰ ਸਟੇਟਾਂ ਦੇ ਜਿਹੜੇ ਸਟੂਡੈਂਟ ਸੀ, ਉਹਨਾਂ ਨੇ ਕਸ਼ਮੀਰੀ ਜਿਹੜੇ ਸਟੂਡੈਂਟ ਸੀ ਉਹਨਾਂ ਦੇ ਉੱਤੇ ਅਟੈਕ ਕੀਤਾ। ਉਹਨਾਂ ਨੇ ਉਹਨਾਂ ਦੀ ਕੁੱਟਮਾਰ ਵੀ ਕੀਤੀ, ਕੁਝ ਨੂੰ ਥੋੜੀਆਂ ਬਹੁਤ ਸੱਟਾਂ ਵੀ ਲੱਗੀਆਂ। ਇਸ ਤਰ੍ਹਾਂ ਦੇ ਨਾਲ ਮਾਹੌਲ ਪੈਦਾ ਕੀਤਾ ਗਿਆ ਉੱਥੇ। ਤੇ ਇਹਦਾ ਜੇ ਪ੍ਰਭਾਵ ਤੁਸੀਂ ਉਦਾਂ ਨਾਲ ਦੇਖੋ ਤਾਂ ਪੰਜਾਬ 'ਚ ਅਜਿਹੀ ਘਟਨਾ ਜਿਹੜੀ ਆ ਉਹ ਨਹੀਂ ਕਿਤੇ ਵੀ ਹੋਈ। ਇਹ ਉਦੋਂ ਨਹੀਂ ਸੀ ਹੋਈ, ਇਹ ਉਦੋਂ ਪੰਜਾਬ ਨੇ ਨਹੀਂ ਸੀ ਕੀਤਾ ਜਦ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਸ਼ਰੇਆਮ ਕਤਲੇਆਮ ਚੱਲ ਰਿਹਾ ਸੀਗਾ, ਤੇ ਇੱਕ ਵੀ ਪੰਜਾਬ ਦਾ ਹਿੰਦੂ ਇਹ ਖੜਾ ਹੋ ਕੇ ਕਹਿ ਦੇਵੇ ਕਿ ਸਾਡੇ ਉੱਤੇ ਸਿੱਖਾਂ ਨੇ ਕਿਸੇ ਕਲੋਨੀ 'ਚ ਜਾਂ ਕਿਤੇ ਜਿੱਥੇ ਬਹੁਤ ਗਿਣਤੀ ਦੇ ਵਿੱਚ, ਕਿਉਂਕਿ ਪੰਜਾਬ 'ਚ ਬਹੁਤ ਗਿਣਤੀ 'ਚ ਸਿੱਖ ਵਸਦੇ ਨੇ, ਤਾਂ ਜਿੱਥੇ ਕਿਤੇ ਸਿੱਖਾਂ ਦੀ ਬਹੁਤ ਗਿਣਤੀ ਵੀ ਸੀ, ਪੰਜਾਬ ਦਾ ਇੱਕ ਹਿੰਦੂ ਖੜਾ ਹੋ ਕੇ ਬਾਂਹ ਕਰਕੇ ਇਹ ਕਹਿ ਦੇਵੇ ਕਿ ਸਾਡੇ ਉੱਤੇ ਸਿੱਖਾਂ ਨੇ ਉਸ ਟਾਈਮ ਦੇ ਉੱਤੇ ਅਟੈਕ ਕੀਤਾ, ਜਾਂ ਸਾਡੇ ਨੂੰ ਕਿਸੇ ਧਾਰਮਿਕ ਸਥਾਨ ਤੇ ਡੱਕਿਆ ਗਿਆ ਹੋਵੇ, ਜਾਂ ਸਾਡਾ ਕਤਲੇਆਮ ਜਿਹੜਾ ਉਹ ਕੀਤਾ ਹੋਵੇ। ਉੱਦਾਂ ਮਰਜ਼ੀ ਬਕਵਾਸ ਜਿੰਨੀ ਮਰਜ਼ੀ ਕੋਈ ਕਰੀ ਜਾਵੇ ਕਿ ਉਹ ਉਸ ਤੋਂ ਬਾਅਦ ਜੀ ਸਾਡੇ ਨਾਲ ਆ ਹੋਇਆ ਉਹ ਹੋਇਆ, ਪਰ ਲੇਕਿਨ ਰਿਕਾਰਡਡ ਕੋਈ ਅਜਿਹੀ ਕੋਈ ਇਹੋ ਜਿਹੀ ਘਟਨਾ ਜਿਹੜੀ ਕਿ ਨਾ ਹੋਈ ਸੀ, ਹੋਈ ਵੀ ਨਹੀਂ ਸੀ ਇੱਕ ਵੀ, ਕੋਈ ਬਾਂਹ ਖੜੀ ਕਰਕੇ ਕਹਿ ਦੇਵੇ। ਤਾਂ ਉਸ ਟਾਈਮ ਦੇ ਉੱਤੇ ਵੀ ਜਦੋਂ ਸਿੱਖਾਂ ਦੇ ਉੱਤੇ ਇੰਨੀ ਨਫ਼ਰਤ ਵਾਲਾ ਮਾਹੌਲ ਪੈਦਾ ਕੀਤਾ ਗਿਆ ਸੀ, ਉਦੋਂ ਵੀ ਪੰਜਾਬ 'ਚ ਇਸ ਤਰ੍ਹਾਂ ਦੇ ਨਾਲ ਨਹੀਂ ਸੀ ਹੋਇਆ। ਤੇ ਹੁਣ ਪੰਜਾਬ ਦੇ ਵਿੱਚ ਅਜਿਹੀ ਜਿਹੜੀ ਘਟਨਾ ਹੋਣੀ ਆ, ਉਹਨੂੰ ਜੇ ਤੁਸੀਂ ਇੱਕ ਘਟਨਾ ਦੇ ਪੱਖ ਨਾਲ ਦੇਖਣਾ ਤਾਂ ਫਿਰ ਤਾਂ ਉਹਨੂੰ ਤੁਸੀਂ ਇੱਕ ਨਜ਼ਰੀਏ ਨਾਲ ਦੇਖ ਸਕਦੇ ਹੋ, ਪਰ ਜਦੋਂ ਤੁਸੀਂ ਸਿੱਖ ਨੁਕਤਾ ਨਿਗਾਹ ਤੋਂ ਪੰਜਾਬ ਦੇ ਨਜ਼ਰੀਏ ਨਾਲ ਦੇਖੋਗੇ ਤਾਂ ਇਹ ਸਿਰਫ ਇਹ ਹੀ ਨਹੀਂ, ਇਹ ਇਸ ਤਰ੍ਹਾਂ ਦੇ ਨਾਲ ਪ੍ਰਚਾਰੀ ਜਾਣੀ ਸੀ ਜਾਂ ਪ੍ਰਚਾਰੀ ਗਈ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਨੇ ਕਸ਼ਮੀਰੀਆਂ ਦੇ ਉੱਤੇ ਅਟੈਕ ਕੀਤਾ। ਉਹ ਤੇ ਸਾਰਾ ਕੁਝ ਕਲੀਅਰ ਹੋ ਗਿਆ ਵੀਡੀਓ ਦੇ ਵਿੱਚ, ਇੱਕਦਮ ਐਕਸ਼ਨ ਹੋ ਗਿਆ, ਕਸ਼ਮੀਰ ਤੱਕ ਵੀ ਇਹ ਗੱਲ ਪਹੁੰਚ ਗਈ। ਉਲਟਾ ਪੰਜਾਬ ਦੇ ਜਿਹੜੇ ਖਾਸ ਤੌਰ ਦੇ ਉੱਤੇ ਪੰਜਾਬੀ ਨਹੀਂ, ਮੈਂ ਕਹਾਂਗਾ ਇਕੱਲੇ ਪੰਜਾਬੀ ਨਹੀਂ, ਉੱਥੇ ਸਿੱਖਾਂ ਦੇ ਮੁੰਡਿਆਂ ਨੇ ਜਾ ਕੇ
ਉਹਨਾਂ ਦੀ ਜਿਹੜੀ ਉਹ ਰੱਖਿਆ ਕੀਤੀ, ਉਹਨਾਂ ਨੂੰ ਉਹਨਾਂ ਨੇ ਸੰਭਾਲਿਆ, ਉਹਨਾਂ ਨੂੰ ਉਹਨਾਂ ਨੇ ਖਦੇੜਿਆ ਤੇ ਉਹਨਾਂ ਨੇ ਉਹ ਜਿਹੜੀ ਭੀੜ ਸੀ ਉਹਦੇ ਤੋਂ ਉਹਨਾਂ ਨੂੰ ਬਚਾਇਆ। ਤੇ ਇਹ ਮੈਸੇਜ ਚਲਾ ਗਿਆ ਕਿ ਕਸ਼ਮੀਰੀ ਜਿਹੜੇ ਨੇ ਉਹ ਸਿੱਖਾਂ ਦੇ ਹੱਥ ਵਿੱਚ ਸੇਫ ਨੇ। ਉਹਨਾਂ ਨੂੰ ਇਹ ਵੀਡੀਓ ਪਾ ਕੇ ਵੀ ਕੁਝ ਮੁੰਡਿਆਂ ਨੇ, ਕੁਝ ਹੋਰ ਐਕਟਿਵਿਸਟ ਨੇ ਇਹ ਚੀਜ਼ਾਂ ਜਿਹੜੀਆਂ ਨੇ, ਜਿਹੜੇ ਯੰਗਸਟਰ ਨੇ, ਉਹਨਾਂ ਨੇ ਇਹ ਗੱਲਾਂ ਕੀਤੀਆਂ ਤੇ ਉਹਨਾਂ ਨੂੰ ਇਹ ਭਰੋਸਾ ਦਿਵਾਇਆ ਕਿ ਪੰਜਾਬ 'ਚ ਅਜਿਹੀ ਕੋਈ ਗੱਲ ਨਹੀਂ ਹੈਗੀ। ਇਹ ਪਰੰਪਰਾ ਰਹੀ ਆ ਪੰਜਾਬ ਦੀ, ਖਾਸ ਤੌਰ ਦੇ ਉੱਤੇ ਸਿੱਖਾਂ ਦੀ ਇਹ ਪਰੰਪਰਾ ਰਹੀ ਆ ਕਿ ਜ਼ੁਲਮ ਜਦੋਂ ਕਿਸੇ ਦੇ ਉੱਤੇ ਵੀ ਹੁੰਦਾ ਤਾਂ ਸਿੱਖ ਖੜਦਾ ਹਮੇਸ਼ਾ, ਚਾਹੇ ਉਹ ਕੋਈ ਵੀ ਹੋਵੇ। ਫਿਰ ਕੋਈ ਉਹਦੇ ਵਿੱਚ ਚਾਹੇ ਹਿੰਦੂ ਵੀ ਹੋਵੇ ਜਾਂ ਕੋਈ ਉੱਥੇ ਮੁਸਲਿਮ ਵੀ ਹੋਵੇ ਜਾਂ ਕੋਈ ਸਿੱਖ ਆਪ ਵੀ ਹੋਣ ਜਾਂ ਕਿਤੇ ਵੀ ਕਿਸੇ ਤਰ੍ਹਾਂ ਦੇ, ਜਾਂ ਉਹ ਈਸਾਈ ਵੀ ਹੋਣ ਜਾਂ ਕੋਈ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਕੋਈ ਘਟਨਾ ਵਾਪਰਦੀ ਆ, ਸਿੱਖ ਹਮੇਸ਼ਾ ਖੜਦਾ ਹੈਗਾ। ਉਹ ਕਦੀ ਵੀ ਜ਼ੁਲਮ ਦਾ ਕਦੀ ਸਾਥ ਨਹੀਂ ਦਿੰਦਾ। ਜ਼ੁਲਮ ਕਰਨ ਵਾਲੇ ਦੇ ਜਿਹੜਾ ਉਲਟ ਉਹ ਹਮੇਸ਼ਾ ਜਿਹੜਾ ਸਿੱਖ ਖੜਦਾ ਹੈਗਾ। ਸੋ ਇਹ ਘਟਨਾ ਵੀ ਉੱਥੇ ਵਾਪਰੀ, ਇਹਨੂੰ ਵੀ ਕਿਸੇ ਹੋਰ ਰੰਗਤ ਵਿੱਚ ਰੰਗ ਦੇਣ ਦੀ ਜਿਹੜੀ ਕੋਸ਼ਿਸ਼ ਸੀਗੀ ਉਹ ਕੀਤੀ ਗਈ, ਪਰ ਲੇਕਿਨ ਉਹ ਬੇਸਿੱਟਾ ਨਿਕਲੀ। ਪਰ ਲੇਕਿਨ ਮੈਂ ਗੱਲ ਇਹ ਕਰ ਰਿਹਾ ਹੈਗਾ ਕਿ ਇਹ ਜਿਹੜੀਆਂ ਘਟਨਾਵਾਂ ਨੇ, ਇਹ ਜੇ ਇਹ ਵਾਪਰ ਰਹੀਆਂ ਨੇ ਤੇ ਇਹਦੇ ਅਸਲੀ ਪਿਛਲੇ ਇਹਦੇ ਜਿਹੜਾ ਇਹਦਾ ਚਿਹਰਾ ਅਸਲੀ ਉਹ ਕੌਣ ਆ, ਉਹਦੇ ਪਿੱਛੇ ਸੋਚ ਕੀ ਆ, ਉਹਦੇ ਪਿੱਛੇ ਮਨਸਾ ਕੀ ਹੈਗੀ ਆ, ਉਹਦੇ ਪਿੱਛੇ ਆਈਡੀਓਲੋਜੀ ਕਿਹੜੀ ਕੰਮ ਕਰਦੀ ਪਈ ਆ, ਇਹ ਸਵਾਲ ਹੈਗਾ ਸਾਡੇ ਵਾਸਤੇ। ਇਹ ਸਿਰਫ ਕੱਲੀਆਂ ਘਟਨਾਵਾਂ ਦਾ ਵਾਪਰ ਜਾਣਾ ਤੇ ਉਹਨੂੰ ਖਬਰ ਦੀ ਤਰ੍ਹਾਂ ਖਬਰ ਸੁਣਾ ਦੇਣਾ ਜਾਂ ਖਬਰ ਪੜ੍ਹ ਦੇਣਾ ਜਾਂ ਸੋਸ਼ਲ ਮੀਡੀਆ ਤੇ ਉੱਤੇ ਇਸ ਚੀਜ਼ ਨੂੰ ਇਸ ਤਰੀਕੇ ਨਾਲ ਪ੍ਰਚਾਰ ਦੇਣਾ ਹੀ ਸਾਡਾ ਫਰਜ਼ ਨਹੀਂ ਬਣਦਾ। ਸਾਡਾ ਫਰਜ਼ ਇਹ ਬਣਦਾ ਕਿ ਇਹਦੇ ਪਿੱਛੇ ਮਨਸਾ ਕੀ ਆ, ਆਈਡੀਓਲੋਜੀ ਕਿਹੜੀ ਕੰਮ ਕਰਦੀ ਪਈ ਆ, ਉਹਦੇ ਉੱਤੇ ਸਾਨੂੰ ਜਿਹੜਾ ਹੈ ਉਹ ਨਜ਼ਰ ਰੱਖਣੀ ਚਾਹੀਦੀ ਆ। ਉਹਦੇ ਉੱਤੇ ਸਾਨੂੰ ਸਵਾਲੀਆ ਨਿਸ਼ਾਨ ਖੜੇ ਕਰਨ ਚਾਹੀਦੇ ਨੇ, ਉਹਦੇ ਉੱਤੇ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ। ਵਕਫਾ ਇੱਕ ਬ੍ਰੇਕ ਦਾ ਹੋਗਾ, ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਕੁਝ ਘਟਨਾਵਾਂ ਦੇ ਉੱਤੇ ਕੰਟੀਨਿਊ ਕਰਾਂਗੇ। ਮਿਲਦੇ ਹਾਂ ਜੀ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। Don't worry about the funds. You will be provided as much as you want. इस तरीके से सिखों के दिलों में उबल रही इस बात को हम हमेशा के लिए खत्म कर सकते हैं मैडम। इसके बदले में परिवार आपका ख्याल रखेगा। So we now need to find a corrupt Jat Sikh officer for the operation. Yes, we have to. Exactly. Now we can use white phosphorus. You're not dealing with a small and group of anti-Indian elements. You're dealing with Punjab. You don't know what happened with Mughals and the Britishers in Punjab. (1699) ਦੇ ਵਿੱਚ ਇਨਕਲਾਬ ਉੱਥੋਂ ਹੀ ਸ਼ੁਰੂ ਹੋਇਆ ਸੀ। ਪਰ ਇੱਧਰ ਦੇਖ ਲਓ, ਪੰਜਾਬ 'ਚ ਉਸੇ ਇਨਕਲਾਬ ਨੇ ਸਾਡੀਆਂ ਜੜ੍ਹਾਂ ਨਹੀਂ ਲੱਗਣ ਦਿੱਤੀਆਂ। फ़लस्तीनी मुक्ति मोर्चा और यासर अराफात की हमायत करना हमारी मजबूरी है। President Chernyenko agreed to finish the Sikh terrorism. ਇੱਕ ਵਾਰੀ ਨਾ ਜਾਪਾਨ ਅਮਰੀਕਾ ਤੇ ਹਾਵੀ ਹੋ ਗਿਆ ਸੀ। We are part of a nation's army. We have no religion. If any of you feel like your religious feelings are being hurt, then you have to leave this job. Am I understood? Yes, sir. ਵਾਹਿਗੁਰੂ ਵਾਹਿਗੁਰੂ ਕਰੋ ਤੇ ਹਥਿਆਰਾਂ ਨੂੰ ਕਰੋ ਸਾਫ਼। ਗੁਰੂ ਮਹਾਰਾਜ ਸਾਨੂੰ ਬਾਹਾਂ ਦੇ ਵਿੱਚ ਲੈਣ ਲਈ ਖੜੇ ਆ ਤੇ ਅਸੀਂ ਇਸ ਨਰਕੀ ਦੁਨੀਆ ਤੋਂ ਕੀ ਲੈਣਾ। ਦੇਸ਼ ਸ਼ਿਵਾਵਰ ਹੋਏ ਹੈ ਸ਼ੁਭ ਕਰਮਨ ਤੇ ਕਬ ਹੋ ਨਟ। ਜੇਕਰ ਤੁਸੀਂ ਕੋਈ
ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ ਪ੍ਰੋਗਰਾਮ ਚੱਲ ਰਿਹਾ ਜੀ ਖੁੱਲਾ ਸੱਦਾ। ਉਮੀਦ ਕਰਦਾ ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ। ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905 872 55 ਤੇ ਤੁਸੀਂ ਇਸ ਟਾਈਮ ਤੇ ਚੱਲਦੇ ਲਾਈਵ ਪ੍ਰੋਗਰਾਮ ਦੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ 9058725259। ਇਹ ਸਾਡਾ ਨੰਬਰ ਸਕਰੀਨ ਦੇ ਉੱਤੇ ਇਸ ਟਾਈਮ ਦੇ ਉੱਤੇ ਆ ਰਿਹਾ, ਇਸ ਦੇ ਉੱਤੇ ਤੁਸੀਂ ਗੱਲਬਾਤ ਸਟੂਡੀਓ 'ਚ ਕਰ ਸਕਦੇ ਹੈਗੇ ਹੋ। ਸੋ ਅੱਗੇ ਵਧਦੇ ਹਾਂ, ਗੱਲਬਾਤ ਕਰਦੇ ਹਾਂ ਅੱਗੇ ਕਿ ਮੈਂ ਪਹਿਲਾਂ ਤੁਹਾਡੇ ਨਾਲ ਦੋ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਉਹ ਹੋਈਆਂ ਉਹਦੇ ਬਾਰੇ ਗੱਲਬਾਤ ਕੀਤੀ। ਹੁਣ ਮੈਂ ਅੱਗੇ ਇੱਕ ਹੋਰ ਘਟਨਾ ਜਿਹੜੀ ਆ ਉਹ ਪਿੱਛੇ ਜਿਹੜੀ ਆ 25 ਤਰੀਕ ਨੂੰ ਹੋਈ, ਉਹ ਮੈਂ ਤੁਹਾਨੂੰ ਉਹਦੇ ਤੇ ਜਿਹੜੀ ਉਹ ਜਾਣਕਾਰੀ ਦੇ ਦੇਣਾ ਹੈਗਾ। ਪਿੰਡ ਬੋਹ ਹੈ ਜੀ ਅੰਬਾਲੇ ਦੇ ਲਾਗੇ, ਤੇ ਉਸ ਪਿੰਡ ਦੇ ਵਿੱਚ ਇੱਕ ਘਟਨਾ ਕੀ ਵਾਪਰੀ ਹੈਗੀ ਕਿ ਉੱਥੋਂ ਦੇ ਪਿੰਡ ਦੇ ਇੱਕ ਵਸਨੀਕ ਨੇ ਸਰਦਾਰ ਕੁਲਜੀਤ ਸਿੰਘ ਹੋਣੀ, ਤੇ ਉਹ ਸਰਦਾਰ ਕੁਲਜੀਤ ਸਿੰਘ ਹੋਣਾ ਨੇ ਕੋਈ ਉਸ ਦਿਨ ਕੋਈ ਕਰਵਾ ਚੌਥ ਦਾ ਵਰਤ ਸੀਗਾ, ਤੇ ਕੋਈ ਪਿਛਲੀ ਵੀਡੀਓ ਜਿਹੜੀ ਹੈਗੀ ਆ ਉਹ ਕਿਸੇ ਢਾਡੀ ਜਥੇ ਵੱਲੋਂ ਕੋਈ ਆਈ ਸੀ, ਜਿਸ ਦੇ ਉੱਤੇ ਵਰਤ ਦੇ ਉੱਤੇ ਕੁਝ ਬੋਲਿਆ ਗਿਆ ਸੀਗਾ ਕਿ ਸਿੱਖ ਪਰੰਪਰਾਵਾਂ ਅਨੁਸਾਰ ਜਿਹੜਾ ਵਰਤ ਹੈਗਾ ਜਾਂ ਕਰਵਾ ਚੌਥ ਦਾ ਵਰਤ ਹੈਗਾ ਉਹਦੀ ਮਾਨਤਾ ਨਹੀਂ ਹੈ। ਹਰ ਧਰਮ ਦੀ ਇੱਕ ਮਾਨਤਾ ਹੁੰਦੀ ਹੈ, ਉਹਦੇ ਵਿੱਚ ਕੋਈ ਵੀ ਉਸ ਧਰਮ ਨੂੰ ਜਿਹੜਾ ਕੋਈ ਮੰਨਦਾ ਉਹ ਆਪਣਾ ਮਨਾਵੇ, ਉਹਨੂੰ ਕੋਈ ਬੰਦਸ਼ ਨਹੀਂ ਹੈ। ਪਰ ਉਸ ਮੁੰਡੇ ਨੇ ਕੀ ਕੀਤਾ ਕਿ ਉਸ ਮੁੰਡੇ ਨੇ ਕੋਈ ਆਪਣੀ ਵੀਡੀਓ ਨਹੀਂ ਬਣਾਈ, ਕੋਈ ਉਹਨੇ ਆਪਣੀ ਰਿਕਾਰਡਿੰਗ ਨਹੀਂ ਕੀਤੀ, ਉਹਨੇ ਕੋਈ ਕਿਸੇ ਕਿਸਮ ਦਾ ਕੋਈ ਮੰਦਾ ਚੰਗਾ ਕੁਝ ਵੀ ਚੀਜ਼ ਬੋਲੀ ਨਹੀਂ। ਸਿਰਫ ਉਹਦੇ ਕੋਲ ਕਿਤੇ ਵੀਡੀਓ ਫੇਸਬੁੱਕ ਦੇ ਉੱਤੇ ਆਈ ਉਸ ਟਾਈਮ ਦੇ ਉੱਤੇ, ਤੇ ਉਸਨੇ ਸਿਰਫ ਫੇਸਬੁੱਕ ਦੇ ਉੱਤੇ ਉਸ ਵੀਡੀਓ ਨੂੰ ਸ਼ੇਅਰ ਕਰ ਦਿੱਤਾ। ਅੱਗੇ ਕੋਈ ਵੀਡੀਓ ਆਉਂਦੀ ਆ, ਕਈ ਵਾਰੀ ਸੋਸ਼ਲ ਮੀਡੀਆ ਦਾ ਇਹੀ ਹੈਗਾ ਕਿ ਅਸੀਂ ਕਈ ਵਾਰੀ ਜਾਣੇ ਅਣਜਾਣੇ 'ਚ ਜਾਂ ਵੈਸੇ ਵੀ ਅਸੀਂ ਸ਼ੇਅਰ ਕਰ ਦਿੰਦੇ ਹੈਗੇ ਆ, ਜਾਂ ਕਈ ਵਾਰੀ ਉਹ ਸਿਰਫ ਸਾਨੂੰ ਇਸ ਤਰ੍ਹਾਂ ਨਾਲ ਲੱਗਦੀ ਹੈਗੀ ਆ ਕਿ ਸਾਡੇ ਪੰਥ ਦੇ ਨਾਲ ਜਾਂ ਸਿੱਖ ਧਰਮ ਨਾਲ ਸੰਬੰਧਿਤ ਆ, ਤੇ ਇਹਨੂੰ ਅੱਗੇ ਸ਼ੇਅਰ ਕਰ ਦਿੰਦੇ ਹੈਗੇ ਆ। ਪਰ ਤੁਸੀਂ ਹੈਰਾਨਗੀ ਦੇਖੋ ਕਿ ਉੱਥੇ ਉਹ ਜਿਹੜੀ ਉਸ ਜਦੋਂ ਵੀਡੀਓ ਸ਼ੇਅਰ ਹੋਈ ਤਾਂ ਕਿੰਨੇ ਉਹ ਬੰਦਿਆਂ ਨੇ ਉਸ ਪਿੰਡ ਦੇ ਜਿਹੜੇ ਰਹਿੰਦੇ ਸੀਗੇ, ਕੁਝ ਬੰਦੇ ਜਿਹੜੇ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਸੀਗੇ, ਉਹਨਾਂ ਨੇ ਉਸ ਵੀਡੀਓ ਦੇ ਉੱਤੇ ਜਿਹੜਾ ਹੈ ਇਤਰਾਜ਼ ਸ਼ੇਅਰ ਕਰਨ ਦੇ ਉੱਤੇ ਇਤਰਾਜ਼ ਕੀਤਾ, ਤੇ ਆਪਸ ਵਿੱਚ ਉਸ ਮੁੰਡੇ ਨੇ ਕਿਹਾ ਕਿ ਠੀਕ ਹੈ, ਮੇਰੇ ਕੋਲ ਮੈਂ ਜੇ ਤੁਹਾਨੂੰ ਇਸ ਗੱਲ ਦੀ ਕੋਈ ਠੇਸ ਪਹੁੰਚੀ ਆ ਤੇ ਮੈਂ ਮਾਫੀ ਮੰਗ ਲੈਣਾ ਇਸ ਚੀਜ਼ ਦੀ, ਸੌਰੀ ਕਿ ਮੈਂ ਇਸ ਭਾਵਨਾ ਨਾਲ ਨਹੀਂ ਸੀ, ਮੇਰੇ ਕੋਲ ਤਾਂ ਵੀਡੀਓ ਆਈ ਮੈਂ ਸ਼ੇਅਰ ਕੀਤੀ, ਜਾਂ ਤਾਂ ਮੈਂ ਕੋਈ ਇਹਦੇ ਵਿੱਚ ਆਪ ਆਪਣੀ ਬੋਲੀ ਹੋਵੇ, ਜਾਂ ਮੈਂ ਕੋਈ ਉਹਦੇ ਤੇ ਕਮੈਂਟ ਲਿਖਿਆ ਹੋਵੇ, ਜਾਂ ਮੈਂ ਕੋਈ ਚੀਜ਼ ਐਡ ਕੀਤੀ ਹੋਵੇ, ਐਡੀਸ਼ਨ ਕੀਤੀ ਹੋਵੇ, ਤੇ ਉਹਨੇ ਕੁਝ ਅਜਿਹਾ ਨਹੀਂ ਕੀਤਾ। ਇਸ ਕਰਕੇ ਉਹ ਨਾ ਕਰਨ ਕਰਕੇ ਉਹਨੇ ਕਿਹਾ ਕਿ ਚਲੋ ਫਿਰ ਵੀ ਤੁਹਾਡੇ ਕੋਲ ਮੈਂ ਮਾਫੀ ਮੰਗ ਲੈਣਾ, ਆਪਸ ਵਿੱਚ ਸਮਝੌਤਾ ਹੋ ਜਾਂਦਾ। ਸ਼ਾਮ ਨੂੰ ਜਾਨੀ ਕਿ ਆਮ ਬੰਦੇ ਜਿਹੜੇ ਇਕੱਠੇ ਹੋ ਕੇ ਇਸ ਚੀਜ਼ ਦਾ ਸਮਝੌਤਾ ਕਰ ਦਿੰਦੇ ਨੇ, ਠੰਡ ਠੰਡਾ ਹੋ ਜਾਂਦਾ। ਪਰ ਲੇਕਿਨ ਰਾਤ ਨੂੰ 11-12 ਵਜੇ ਤੋਂ ਬਾਅਦ ਉਹ ਕੋਈ 200-250 ਬੰਦਾ ਆਪਸ ਵਿੱਚ ਇਕੱਠਾ ਹੁੰਦਾ, ਆਲੇ ਦੁਆਲੇ ਬੰਦੇ ਇਕੱਠੇ ਕੀਤੇ ਜਾਂਦੇ ਨੇ, ਤੇ ਉਹ ਕਿਰਪਾਨਾਂ ਦੇ ਨਾਲ ਤੇ ਹੋਰ ਜਿਹੜੇ ਉਹਨਾਂ ਦੇ ਹਥਿਆਰ ਸੀਗੇ ਉਹ ਲੈ ਕੇ ਤੇ ਉਸ ਕੁਲਜੀਤ ਸਿੰਘ ਦੇ ਘਰ ਦੇ ਜਿਹੜਾ ਉੱਤੇ ਹਮਲਾ ਜਿਹੜਾ ਉਹ ਕੀਤਾ ਜਾਂਦਾ। ਆਲੇ ਦੁਆਲੇ ਚੀਜ਼ਾਂ ਤੋੜੀਆਂ ਜਾਂਦੀਆਂ ਨੇ, ਬਾਹਰ ਲੱਗੇ ਕੈਮਰੇ ਤੋੜੇ ਜਾਂਦੇ ਨੇ, ਪਥਰਾਓ ਕੀਤਾ ਜਾਂਦਾ, ਯਾਨੀ ਕਿ ਬਹੁਤ ਕੁਝ ਅਜਿਹਾ, ਬਾਹਰ ਨਾਅਰੇ ਲਾਏ ਜਾਂਦੇ ਨੇ, ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ ਜਾਂਦੇ ਨੇ, ਬਹੁਤ ਕੁਝ ਅਜਿਹਾ, ਗਾਲਾਂ ਕੱਢੀਆਂ ਜਾਂਦੀਆਂ ਨੇ, ਮਤਲਬ ਬਹੁਤ ਜੋ ਮੰਦੀ ਸ਼ਬਦਾਵਲੀ ਸੀ ਉਹ ਬੋਲੀ ਜਾਂਦੀ ਆ। ਉਹ ਬੋਲਣ ਦੇ ਕਰਕੇ ਉਹਦਾ ਚਲੋ ਉਸ ਟਾਈਮ ਦੇ ਉੱਤੇ ਪੁਲਿਸ ਨੂੰ ਫੋਨ ਹੋ ਜਾਂਦਾ, ਪੁਲਿਸ ਵੀ ਆਉਂਦੀ ਆ, ਉਹ ਵੀ ਆਪਣਾ ਦੇਖ ਦੂਖ ਕੇ ਮਾੜਾ ਮੋਟਾ ਭੀੜ ਦੇ ਸਾਹਮਣੇ ਉਹ ਆਪਾਂ ਸੋਚ ਹੀ ਸਕਦੇ ਆ ਕਿ ਪੁਲਿਸ ਜਿਹੜੀ ਆ ਉਹ ਕਰਦੀ ਕੀ ਹੈਗੀ ਆ ਇਹਨਾਂ ਮਾਮਲਿਆਂ ਦੇ ਵਿੱਚ। ਚੁੱਪ ਕਰਕੇ ਇਹ ਤਾਂ ਅਸੀਂ 84 ਤੋਂ ਦੇਖਦੇ ਆ ਰਹੇ ਹੈਗੇ ਆ। ਸੋ ਜਦੋਂ ਇਹ ਚੀਜ਼ਾਂ ਦੇਖਦੇ ਆ ਰਹੇ ਹੈਗੇ ਆ ਤੇ ਫਿਰ ਅੱਜ ਸਾਨੂੰ ਇਹ ਚੀਜ਼ਾਂ ਸਮਝਣ ਵਿੱਚ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਕਿ ਸਾਡੇ ਨਾਲ ਮੌਕੇ ਦੇ ਉੱਤੇ ਕਿਸ ਨੇ ਖੜਨਾ ਹੈਗਾ, ਕਿਸੇ ਨੇ ਨਹੀਂ ਖੜਨਾ। ਜਿੱਦਾਂ ਮੈਂ ਪਹਿਲੀਆਂ ਘਟਨਾਵਾਂ ਦੇ ਵਿੱਚ ਵੀ ਤੁਹਾਨੂੰ ਜ਼ਿਕਰ ਕੀਤਾ ਹੈਗਾ, ਕੋਈ ਨਹੀਂ ਖੜਦਾ। ਸੋ ਜਦੋਂ ਉਹ ਵਾਪਰਿਆ ਉੱਥੇ, ਤੇ ਉਹ ਮੁੰਡਾ ਵਿਚਾਰਾ ਸਹਿਮਿਆ ਹੋਇਆ ਰਾਤੋਂ ਰਾਤ ਆਪਣਾ ਜਿਹੜਾ ਹੈ ਉਸ ਰਾਤ ਸਮਾਨ ਚੁੱਕ ਕੇ ਆਪਣੇ ਘਰਦਿਆਂ ਨੂੰ, ਜਿਹੜੇ ਉਹਦੇ 2 ਜੀ ਹੋਰ ਸੀ, 3 ਫੈਮਿਲੀ ਮੈਂਬਰ ਸੀਗੇ, ਉਹਨਾਂ ਨੂੰ ਉਹ ਲੈ ਕੇ ਉਹ ਆਪਣਾ ਪਿੰਡ ਹੀ ਛੱਡ ਜਾਂਦਾ ਹੈਗਾ। ਲੇਕਿਨ ਬਾਕੀ ਜਿਹੜੇ ਰਿਸ਼ਤੇਦਾਰ, ਉਹਦੇ ਚਾਚੇ ਜਾਂ ਕੋਈ ਹੋਰ ਜਿਹੜੇ ਉਹਨੇ ਉਹ ਜਿਹੜੇ ਨੇ ਸਾਰੇ ਗੱਲਬਾਤ ਕਰਦੇ ਨੇ ਉੱਥੇ, ਤੇ ਉੱਥੇ ਗੱਲਬਾਤ ਕਰਨ ਤੋਂ ਬਾਅਦ ਫਿਰ ਉੱਥੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਨੇ ਉਹਨਾਂ ਨਾਲ ਤੱਕ ਗੱਲ ਪਹੁੰਚਦੀ ਆ, ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠਾ ਹੋਇਆ ਜਾਂਦਾ, ਗੱਲਬਾਤ ਕੀਤੀ ਜਾਂਦੀ ਆ।
ਹੈਰਾਨਗੀ ਦੀ ਗੱਲ ਇਹ ਕਿ 295 ਦਾ ਪਰਚਾ ਜਿਹੜਾ ਹੈਗਾ ਕੁਲਜੀਤ ਸਿੰਘ ਦੇ ਉੱਤੇ ਕਰ ਦਿੱਤਾ ਜਾਂਦਾ ਹੈਗਾ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਵਾਸਤੇ 295 ਦਾ ਪਰਚਾ ਉਹਦੇ ਤੇ ਦਰਜ ਕਰ ਦਿੱਤਾ ਜਾਂਦਾ। ਪਰ ਜਿਹੜੀ ਭੀੜ ਆ, ਜਿਹੜਾ 250 ਬੰਦਾ ਉੱਥੇ ਆ ਕੇ ਗਾਲਾਂ ਕੱਢ ਰਿਹਾ, ਅਟੈਂਪਟ ਟੂ ਮਰਡਰ ਦਾ ਕੇਸ ਬਣਦਾ ਉਹਨਾਂ ਦੇ ਉੱਤੇ, ਉਹਨਾਂ ਨੇ ਜਾਨੋਂ 3 ਜੀਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਕੱਲੇ ਉਸ ਨੂੰ ਨਹੀਂ 3 ਜੀਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਇਲਾਵਾ ਭੰਨ ਤੋੜ ਕੀਤੀ ਉਹਦੇ ਉੱਤੇ, ਉਹਨਾਂ ਦਾ ਬਹੁਤ ਸਾਰੇ ਹੋਰ ਉਹਨਾਂ ਦੇ ਉੱਤੇ ਚਾਰਜਰ ਜਿਹੜੇ ਉਹ ਲੱਗ ਸਕਦੇ ਸੀਗੇ। ਲੇਕਿਨ ਉਹਦੇ ਉੱਤੇ ਚਾਰਜਰਸ ਲਾਉਣ ਦੀ ਬਜਾਏ ਪੁਲਿਸ ਇਹ ਜਿਹੜੀ ਆ ਉਹ ਕਹਿ ਰਹੀ ਆ ਕਿ ਤੁਸੀਂ ਜਿਹੜਾ ਮੁੰਡਾ ਹੈਗਾ ਉਹਨੂੰ ਪਹਿਲਾਂ ਪੇਸ਼ ਕਰ ਦਿਓ। ਉਹਨਾਂ ਦੇ ਉੱਤੇ ਕੋਈ ਪਰਚਾ ਨਹੀਂ। ਉਸ ਤੋਂ ਬਾਅਦ ਉਹਨਾਂ ਨੇ ਅੰਬਾਲੇ ਸ਼ਹਿਰ ਦੇ ਵਿੱਚ ਆਲੇ ਦੁਆਲੇ ਲਗਾਤਾਰ ਪੂਰੀ ਭੀੜ ਨੇ, ਹਜੂਮ ਨੇ ਪੂਰਾ ਦੇ ਪੂਰੇ ਉੱਥੇ ਜਲੂਸ ਕੱਢੇ, ਪੂਰੀ ਤਰ੍ਹਾਂ ਦੇ ਨਾਲ ਸਿੱਖਾਂ ਬਾਰੇ ਗਲਤ ਮਲਤ ਬੋਲਿਆ ਗਿਆ, ਬਹੁਤ ਕੁਛ ਅਜਿਹੀਆਂ ਜਿਹੜੀਆਂ ਉਹ ਚੀਜ਼ਾਂ ਬੋਲੀਆਂ ਗਈਆਂ। ਸੋ ਇਹ ਜੋ ਇਹ ਵਾਪਰਿਆ, ਇਹ ਜੋ ਇਸ ਨੂੰ ਅਸੀਂ ਵਾਪਰ ਕਹਿ ਦਿੰਨੇ ਹੈਗੇ ਆ। ਮੈਂ ਪਹਿਲਾਂ ਜਿੱਦਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਕਹੀ ਸੀ ਕਿ ਇਹ ਜਿਨ੍ਹਾਂ ਨਾਲ ਤੁਸੀਂ ਰਹਿ ਰਹੇ ਹੋ ਉਹਨਾਂ ਦੀ ਮਨਸ਼ਾ ਕੀ ਹੈਗੀ ਆ, ਉਹਨਾਂ ਦੇ ਦਿਲ 'ਚ ਤੁਹਾਡੇ ਪ੍ਰਤੀ ਕੀ ਆ। ਸਵਾਲ ਮੈਂ ਪਹਿਲੀ ਵਾਰੀ ਵੀ, ਹਰ ਵਾਰ ਮੈਂ ਅੱਜ ਫੇਰ ਤੁਹਾਡੇ ਕੋਲ ਦੁਹਰਾ ਰਿਹਾ ਕਿ ਸਵਾਲ ਇਹ ਨਹੀਂ ਪੈਦਾ ਹੁੰਦਾ ਕਿ ਤੁਸੀਂ ਕੀ ਸੋਚਦੇ ਹੈਗੇ ਹੋ, ਜਦ ਤੁਸੀਂ ਕੀ ਰੌਲਾ ਪਾਉਂਦੇ ਹੋ, ਜਦ ਤੁਸੀਂ ਕੀ ਕਹਿੰਦੇ ਹੋ ਹਾਏ ਭਾਈਚਾਰਾ, ਭਾਈਚਾਰਕ ਸਾਂਝ। ਪਰ ਜਦੋਂ ਕੋਈ ਚੀਜ਼ ਐਕਸ਼ਨ 'ਚ ਆਉਂਦੀ ਹੈਗੀ ਆ ਤੇ ਜਿਹੜਾ ਦੂਸਰਾ ਪਾਸਾ ਹੈ, ਜਿਹੜੀ ਬਹੁ ਗਿਣਤੀ ਵਾਲਾ ਪਾਸਾ ਹੈਗਾ, ਕੀ ਉਹ ਕਿਸੇ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਣਾ ਚਾਹੁੰਦਾ ਵੀ ਹੈ ਕਿ ਨਹੀਂ ਚਾਹੁੰਦਾ? ਜੇ ਉਹ ਜੂਨ 1984 'ਚ ਨਹੀਂ ਚਾਹੁੰਦਾ ਸੀ, ਨਵੰਬਰ 1984 ਦੇ ਵਿੱਚ ਖੁੱਲ੍ਹੇਆਮ ਆ ਰਿਹਾ, ਅਸੀਂ ਬਹੁਤ ਸਾਰੇ ਪ੍ਰੋਗਰਾਮ ਕਰਨੇ ਨੇ ਨਵੰਬਰ ਦੇ ਵਿੱਚ, ਨਵੰਬਰ ਆ ਰਿਹਾ ਤੇ ਉਸ ਤੋਂ ਬਾਅਦ 84 ਦੇ ਛੋਟੇ ਰੂਪ ਆ ਕਿੰਨੇ ਹੀ ਅਸੀਂ ਰੋਜ਼ ਦੇ ਰੋਜ਼ ਦੇਖਦੇ ਰਹੇ। ਰੋਜ਼ 84 ਵਰਗਾ ਇੱਕ ਛੋਟੀ ਜਿਹੀ ਛੋਟਾ ਦੇਖੋ ਘਟਨਾ ਜਿਹੜੀ ਆ, ਜਿਨ੍ਹਾਂ ਦਾ ਕੋਈ ਜੀ ਚਲੇ ਜਾਂਦਾ ਜਾਂ ਕਿਸੇ ਉੱਤੇ ਅਟੈਕ ਹੋ ਜਾਂਦਾ, ਉਹਦੇ ਵਾਸਤੇ ਉਹ ਛੋਟਾ ਨਹੀਂ, ਉਹਦੇ ਵਾਸਤੇ ਉਹ 84 ਨਿੱਤ ਦੀ 84 ਆ, ਉੱਥੇ ਨਿੱਤ 84 ਵਾਪਰਦੀ ਆ। ਲਖੀਮਪੁਰ ਖੀਰੀ 'ਚ ਵੀ 84 ਵਰਤੀ ਆ। ਹਰ ਜਗ੍ਹਾ ਦੇ ਉੱਤੇ ਉਹ ਤੁਹਾਨੂੰ ਬਾਰ-ਬਾਰ ਕਹਿੰਦੇ ਨੇ ਕਿ ਤੁਹਾਨੂੰ ਅਸੀਂ 84 ਯਾਦ ਕਰਵਾਵਾਂਗੇ, ਬਾਰ-ਬਾਰ ਉਹ ਇਹ ਗੱਲ ਕਹਿੰਦੇ ਹੈਗੇ ਨੇ। ਸੋ ਇੱਥੇ ਤੁਸੀਂ ਕਿਹੜੇ ਭਾਈਚਾਰੇ ਦੀ ਸਾਂਝ ਦੀ ਗੱਲ ਤੁਸੀਂ ਕਰਦੇ ਹੈਗੇ ਹੋ? ਤੇ ਤੁਹਾਡੀ FIR ਉਹ ਦਰਖਾਸਤ ਦੇ ਕੇ ਆ ਗਏ ਨੇ SSP ਨੂੰ, SP ਨੂੰ, ਥਾਣੇ ਵਾਲਿਆਂ ਨੂੰ, ਸਾਰਿਆਂ ਨੂੰ। ਇੱਕ FIR ਨਹੀਂ ਹੋਈ ਉਸ ਭੀੜ ਦੇ ਉੱਤੇ ਕਿ ਇਸ ਹਜੂਮ ਨੇ ਉਹਦੇ ਉੱਤੇ ਐਡਾ ਵੱਡਾ ਮਤਲਬ ਕਿ ਅਟੈਂਪਟ ਟੂ ਮਰਡਰ ਦਾ ਜਿਹੜਾ ਉਹਨਾਂ ਦੇ ਉੱਤੇ ਕੇਸ ਰਜਿਸਟਰ ਹੋਣਾ ਚਾਹੀਦਾ, ਉਹ ਕੀਤਾ ਨਹੀਂ। ਉਹ ਕਹਿੰਦੇ ਜੀ 295 ਵਾਲਾ ਪਹਿਲਾਂ ਪੇਸ਼ ਕਰ ਦਿਓ ਤੁਸੀਂ। ਹੁਣ ਜਿਹੜਾ ਬੰਦਾ ਇੰਨੀ ਭੀੜ ਤੋਂ ਡਰਦਾ ਵਿਚਾਰਾ ਕਿਤੇ ਆਪਣੇ ਸੇਫ ਜਗ੍ਹਾ ਦੇ ਉੱਤੇ ਜਾ ਕੇ ਬਹਿ ਗਿਆ, ਕਿੱਥੇ ਬਹਿ ਗਿਆ, ਕਿੱਥੇ ਚਲਾ ਗਿਆ, ਉਹਨੂੰ ਉਹ ਕੇਸ ਆਣ ਕੇ ਪਹਿਲਾਂ ਭੁਗਤੇ ਕਿ ਉਹ ਆਪਣੀ ਜਾਨ ਬਚਾਵੇ ਉਸ ਟਾਈਮ ਦੇ ਉੱਤੇ। ਸੋ ਤੁਸੀਂ ਇਹ ਦੇਖੋ ਕਿ ਇਹ ਜਿਹੜਾ ਘਨਾਉਣਾ ਚਿਹਰਾ ਇਹਨਾਂ ਦਾ ਸਾਹਮਣੇ ਜਿਹੜਾ ਹੈ, ਅੱਗੇ ਤਾਂ ਸੀ ਲੁਕਵੇਂ ਰੂਪ ਦੇ ਵਿੱਚ, ਜਿਹੜੀ ਚੀਜ਼ ਲੁਕੀ ਹੁੰਦੀ ਆ ਤੁਹਾਡੇ ਕੋਲ, ਤੁਹਾਨੂੰ ਦਿਖਦੀ ਨਹੀਂ। ਪਰ ਮੈਨੂੰ ਇਹ ਗੱਲ ਬੜੀ ਸ਼ਰਮ ਦੇ ਨਾਲ ਕਹਿਣੀ ਪੈ ਰਹੀ ਹੈਗੀ ਆ ਕਿ ਹੱਲੇ ਹੋਰ ਤੁਹਾਨੂੰ ਉਹ ਕੀ ਦਿਖਾਉਣਗੇ, ਕਿਹੜਾ ਪੱਖ ਜਾਂ ਕਿਹੜੀ ਤੁਸੀਂ ਹੱਦ ਹੱਲੇ ਹੋਰ ਦੇਖਣਾ ਚਾਹੁੰਦੇ ਹੋ, ਕਿਹੜੀ ਚੀਜ਼ ਤੁਹਾਡੇ ਨਾਲ ਉਹ ਕਰਨ ਕਿ ਤੁਹਾਡੇ ਦਿਮਾਗ ਦੀਆਂ ਘੰਟੀਆਂ ਜਗਣ, ਜਦ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਚੀਜ਼ ਮਹਿਸੂਸ ਹੋਵੇ ਕਿ ਭਾਈ ਜਿਨ੍ਹਾਂ ਨਾਲ ਅਸੀਂ ਰਹਿ ਰਹੇ ਹਾਂ ਉਹ ਸਾਨੂੰ ਚਾਹੁੰਦੇ ਕਿਸ ਤਰ੍ਹਾਂ ਦੇ ਨਾਲ ਨੇ, ਕੀ ਉਹ ਸਾਨੂੰ ਆਪਣੇ ਭਾਈਚਾਰਕ ਜਾਂ ਬਰਾਬਰਤਾ ਦੇ ਤੌਰ ਦੇ ਉੱਤੇ ਦੇਖਦੇ ਵੀ ਨਹੀਂ ਕਿ ਨਹੀਂ ਦੇਖਦੇ ਹੈਗੇ, ਕੀ ਉਹਨਾਂ ਦੀ ਸੋਚ ਸਾਡੇ ਪ੍ਰਤੀ ਕੀ ਹੈਗੀ ਆ। ਉਹਨਾਂ ਦੀ ਸੋਚ ਜਿਹੜੀ ਆ ਉਹ ਤੁਹਾਨੂੰ ਬਿਲਕੁਲ ਜਿਹੜੀ ਆ ਉਹ ਐਲੀਮੀਨੇਸ਼ਨ ਕਰਨਾ ਹੈਗੀ ਆ। ਅਸਿਮੀਲੇਸ਼ਨ ਤਾਂ ਤੁਹਾਡੀ ਉਹ ਜਿਹੜੇ ਕੋ ਡਰਦੇ ਨੇ ਉਹਦੇ ਜਿਹੜੀ ਭਿੱਜੀ ਬਿੱਲੀ ਵਾਂਗੂ ਉਹ ਤਾਂ ਹੋ ਹੀ ਜਾਣਗੇ ਤੇ ਕੁਝ ਸੁੱਤੇ ਪਏ ਨੇ, ਤੇ ਜਿਹੜੇ ਕੋਈ ਜਾਗਦੀਆਂ ਜ਼ਮੀਰਾਂ ਵਾਲੇ ਗੱਲ ਕਰਦੇ ਨੇ ਉਹਨਾਂ ਨੂੰ ਤੁਸੀਂ ਕਹਿ ਦਿੰਦੇ ਹੋ ਇਹ ਤਾਂ ਜੀ ਗਰਮਦਲੀਏ ਨੇ, ਇਹ ਤਾਂ ਜੀ ਅੱਤਵਾਦੀ ਨੇ, ਇਹ ਤਾਂ ਜੀ ਇੱਥੇ ਪਵਾੜੇ ਪਾਉਂਦੇ ਨੇ। ਇਹ ਕਿੰਨੇ ਕੁ ਪਵਾੜੇ ਕੋਈ ਜਾ ਕੇ ਪਾਉਂਦਾ ਹੈਗਾ, ਰੋਜ਼ ਜਾ ਕੇ ਉੱਥੇ ਕੋਈ ਪਵਾੜੇ ਪਾਉਂਦਾ ਜਾਂ ਰੋਜ਼? ਇਹ ਤੁਹਾਡੇ ਅੱਗੇ ਰੋਜ਼ ਤਸਵੀਰਾਂ ਆ ਰਹੀਆਂ ਨੇ ਤੇ ਭਾਈਚਾਰੇ ਦਾ ਤੁਸੀਂ ਰੌਲਾ ਪਾਈ ਜਾਂਦੇ ਹੋ, ਕੁੱਟੀ ਤੁਹਾਨੂੰ ਜਾਂਦੇ ਨੇ, ਲੁੱਟੀ ਤੁਹਾਨੂੰ ਜਾਂਦੇ ਨੇ। ਤੁਸੀਂ ਉੱਥੇ ਆਪਣੇ ਆਪ ਨੂੰ ਸੇਫ ਮੰਨਦੇ ਹੋ, ਤੁਸੀਂ ਆਪਣੇ ਆਪ ਨੂੰ ਇਹ ਮੰਨਦੇ ਹੋ ਕਿ ਤੁਸੀਂ ਇਸ ਭਾਰਤ ਦੇਸ਼ ਦੇ
ਜਿਹੜੇ ਉਹ ਛਾਤੀ ਚੌੜੀ ਕਰਕੇ ਤੁਸੀਂ ਨਾਗਰਿਕ ਹੋ ਤੇ ਤੁਸੀਂ ਬੜੀ ਟੌਰ ਦੇ ਨਾਲ ਕਹਿੰਦੇ ਹੋ ਕਿ ਹਾਂ ਜੀ ਸਾਡਾ ਇੱਥੇ ਅਸੀਂ ਬਹੁਤ ਜ਼ਿਆਦਾ ਸੇਫ ਮੰਨਦੇ ਆ, ਜਾਂ ਭਾਰਤੀ ਹੋਣ ਦਾ ਤੁਹਾਨੂੰ ਮਾਣ ਹੈਗਾ, ਜਾਂ ਇੱਥੇ ਵੀ ਕਈ ਬੈਠੇ ਨੇ ਬਾਹਰ ਜਿਹੜੇ ਜਿਨ੍ਹਾਂ ਨੂੰ ਭਾਰਤੀ ਹੋਣ ਤੇ ਬੜਾ ਮਾਣ ਹੈਗਾ। ਹੁਣ ਭਾਰਤੀ ਹੋਣ ਤੇ ਜਿਹੜੇ ਮਾਣ ਆ ਨਾ ਜਿਨ੍ਹਾਂ ਨੂੰ, ਉਹਨਾਂ ਤੇ ਵੀ ਗੱਲ ਕਰਾਂਗੇ ਆਪਾਂ ਇਸੇ ਪਾਰਟ ਦੇ ਵਿੱਚ, ਅੱਗੇ ਜਾ ਕੇ ਆਪਾਂ ਗੱਲ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਉਹਨਾਂ ਦੇ ਵੀ ਚੰਗੀਆਂ ਧੱਜੀਆਂ ਜਿਹੜੀਆਂ ਨੇ ਉੱਡੀਆਂ ਨੇ ਭਾਰਤੀ ਹੋਣ ਦੇ ਮਾਣ ਜਿਨ੍ਹਾਂ ਨੂੰ ਸੀਗਾ। ਸੋ ਇਹ ਜਿਹੜੀਆਂ ਘਟਨਾਵਾਂ ਇਹ ਜਿਹੜੀਆਂ ਸਾਹਮਣੇ ਆ ਜਾਂਦੀਆਂ ਨੇ, ਬਹੁਤ ਸਾਰੀਆਂ ਐਸੀਆਂ ਘਟਨਾਵਾਂ ਨੇ ਜਿਹੜੀਆਂ ਸਾਡੇ ਸਾਹਮਣੇ ਨਹੀਂ ਆਉਂਦੀਆਂ। ਸੋ ਇਹ ਜਿਹੜਾ ਚਿਹਰਾ ਉਹਨਾਂ ਨੇ ਆਪਣਾ ਤੁਹਾਡੇ ਕੋਲ ਨੰਗਾ ਕਰਕੇ ਤੁਹਾਨੂੰ ਦਿਖਾ ਰਹੇ ਨੇ, ਤੁਹਾਨੂੰ ਰੋਜ਼ ਕਹਿ ਰਹੇ ਨੇ, ਇਹ ਸਿਰਫ ਕਹਿਣ ਦੇ ਵਿੱਚ ਹੀ ਨਹੀਂ ਹੈ, ਇਹ ਪ੍ਰੈਕਟੀਕਲ ਤੌਰ ਦੇ ਉੱਤੇ ਰੋਜ਼ ਵਾਪਰ ਰਿਹਾ ਹੈਗਾ। ਸੋ ਇਸ ਵਾਪਰ ਰਹੇ ਵਰਤਾਰੇ ਨੂੰ ਜਾਂ ਇਸ ਵਾਪਰ ਰਹੀਆਂ ਘਟਨਾਵਾਂ ਨੂੰ ਤੁਸੀਂ ਜੇ ਸੰਜੀਦਗੀ ਨਾਲ ਨਹੀਂ ਲਓਗੇ ਤੇ ਆਪਣਾ ਕੋਈ ਰਾਹ ਖੇੜਾ ਜਿਹੜਾ ਹੈ ਉਹਦੇ ਵੱਲ ਨਹੀਂ ਸੋਚੋਗੇ, ਤਾਂ ਫਿਰ ਤੁਸੀਂ ਇਹ ਸੋਚ ਸਕਦੇ ਹੋ ਕਿ ਤੁਹਾਡਾ ਭਵਿੱਖ ਬਹੁਤ ਵਧੀਆ ਉੱਥੇ, ਜਾਂ ਭਵਿੱਖ ਤੁਹਾਡਾ ਬਹੁਤ ਵਧੀਆ ਹੋ ਸਕਦਾ, ਜਾਂ ਜਿਨ੍ਹਾਂ ਨਾਲ ਤੁਸੀਂ ਰਹਿ ਰਹੇ ਹੋ ਇਹਨਾਂ ਦੇ ਨਾਲ ਰਹਿ ਕੇ ਤੁਹਾਡਾ ਭਵਿੱਖ ਬਹੁਤ ਵਧੀਆ ਹੈਗਾ। ਇਹ ਤੁਹਾਡੇ ਗੁਰੂ ਸਾਹਿਬਾਨਾਂ ਤੇ ਵੀ ਬੋਲਣਗੇ, ਤੁਹਾਡੇ ਉੱਤੇ ਵੀ ਬੋਲਣਗੇ। ਤੁਹਾਡੀਆਂ ਜਿਹੜੀਆਂ ਧੀਆਂ ਭੈਣਾਂ ਨੇ ਉਹ ਜਿਹੜੀਆਂ ਨੇ ਉਹ ਕਿਸੇ ਤਰ੍ਹਾਂ ਦੇ ਨਾਲ ਸੇਫ ਨਹੀਂ ਹੋਣਗੀਆਂ, ਕਿਉਂਕਿ ਉੱਥੇ ਤਾਂ ਗੁੰਡੇ ਜਿਹੜੇ ਨੇ, ਇਹ ਜਿਹੜੇ ਗੁੰਡਿਆਂ ਦੇ ਰੂਪ ਦੇ ਵਿੱਚ ਉੱਥੇ ਪੋਲੀਟੀਕਲ ਬੰਦੇ ਨੇ, ਗੁੰਡਿਆਂ ਦੇ ਰੂਪ ਦੇ ਵਿੱਚ ਉੱਥੇ ਪੁਲਿਸ ਆ, ਗੁੰਡਿਆਂ ਦੇ ਰੂਪ ਦੇ ਵਿੱਚ ਉੱਥੇ ਟੋਲੀਆਂ ਜਿਹੜੀਆਂ ਨੇ ਫਿਰਦੀਆਂ ਨੇ, ਤੇ ਗੁੰਡਾਗਰਦੀ ਦਾ ਰਾਜ ਕਰਨ ਵਾਲੇ ਜਿਹੜੀ ਧਿਰ ਹੈਗੀ ਆ ਉਹ ਹਮੇਸ਼ਾ ਹੀ ਉਸ ਧਿਰ ਦੇ ਨਾਲ ਹੀ ਜਾ ਕੇ ਖੜਦੀ ਹੈਗੀ ਆ, ਜਿਸ ਧਿਰ ਤੋਂ ਉਹਨਾਂ ਨੂੰ ਸਾਰਾ ਕੁਝ ਫਾਇਦਾ ਲੈਣਾ ਤੇ ਉਸ ਫਾਇਦੇ ਅਨੁਸਾਰ ਹੀ ਜਿਹੜਾ ਉਹਨਾਂ ਨੇ ਰਾਜ ਕਰਨਾ ਹੈਗਾ। ਤੇ ਰਾਜ ਕਰ ਰਹੀ ਜਿਹੜੀ ਧਿਰ ਆ ਉਹਨੂੰ ਉਹ ਸਿਰਾਂ ਦੇ ਹਿਸਾਬ ਨਾਲ ਦੇਖਦੀ ਆ, ਤੇ ਸਿਰਾਂ ਦੀ ਗਿਣਤੀ ਤੁਹਾਡੀ ਜਿਹੜੀ ਆ ਉਹ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨੀ ਕੁ ਹੈਗੀ ਆ, ਕਿਸ ਬੇਸ ਤੇ ਤੁਸੀਂ ਆਪਣਾ ਸਟੈਂਡ ਕਰਦੇ ਹੋ। ਤੇ ਜੇ ਤੁਹਾਡਾ ਕੋਈ ਉੱਥੇ ਸਟੈਂਡ ਹੀ ਨਹੀਂ, ਤੁਹਾਡੀ ਕੋਈ ਉੱਥੇ ਪੁੱਛਗਿੱਛ ਨਹੀਂ, ਤੇ ਭਾਈ ਪੁੱਛਗਿੱਛ ਕਰਨ ਵਾਸਤੇ ਤੇ ਫਿਰ ਤੁਹਾਨੂੰ ਆਪਣੇ ਦੇਸ਼ ਤੋਂ ਇਲਾਵਾ ਤੁਹਾਡੇ ਕੋਲ ਕੋਈ ਰਸਤਾ ਹੀ ਨਹੀਂ ਬਚਦਾ ਹੈਗਾ। ਬੜੀ ਸਪਸ਼ਟ ਜੀ ਗੱਲ ਹੈਗੀ ਆ। ਸੋ ਸਮਾਂ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਅੱਗੇ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ। ਹੱਲੇ ਗੱਲਬਾਤ ਜਿਹੜੀ ਹੈ ਜਿਹੜੇ ਕਹਿੰਦੇ ਆ ਕਿ ਸਾਨੂੰ ਭਾਰਤੀ ਹੋਣ ਤੇ ਮਾਣ ਆ, ਉਹਨਾਂ ਤੇ ਗੱਲਬਾਤ ਆਪਾਂ ਅਗਲੇ ਹਿੱਸੇ ਦੇ ਵਿੱਚ ਕਰਦੇ ਹਾਂ। ਮਿਲਦੇ ਹਾਂ ਜੀ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਜੇਕਰ ਤੁਸੀਂ ਕੋਈ ਆਪਣਾ ਘਰ ਵੇਚਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਘਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡਾ ਸੁਪਨੇ ਨੂੰ ਪੂਰਾ ਕਰਨਗੇ ਵਿੱਕੀ ਸਿੰਘ। ਸੋ ਵਿੱਕੀ ਸਿੰਘ ਹੋਣਾ ਨਾਲ ਤੁਸੀਂ ਬੈਠੋ, ਉਹਨਾਂ ਨਾਲ ਇੱਕ ਮੀਟਿੰਗ ਕਰੋ, ਤੁਹਾਡੇ ਘਰ ਦੇ ਵਧੀਆ ਡਾਲਰ ਦਵਾ ਸਕਦੇ ਨੇ। ਅਗਰ ਤੁਸੀਂ ਕੋਈ ਫਸਟ ਟਾਈਮ ਬਾਇਰ ਹੋ, ਤੁਸੀਂ ਵਧੀਆ ਪ੍ਰਾਪਰਟੀ ਲੱਭ ਰਹੇ ਹੋ, ਤੇ ਉਹਨਾਂ ਨਾਲ ਬੈਠ ਕੇ ਮੀਟਿੰਗ ਕਰੋ, ਤੁਹਾਡੇ ਬਜਟ ਦੇ ਅਕੋਰਡਿੰਗ ਟੂ ਤੁਹਾਨੂੰ ਵਧੀਆ ਘਰ ਦਿਵਾਉਣਗੇ। ਸੋ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਨੇ। ਉਹਨਾਂ ਦਾ ਕੰਟੈਕਟ ਨੰਬਰ ਹੈਗਾ 3659990709 ਦੇ ਉੱਤੇ, 365 999 0709 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਰਾਇਲੇ ਪੇਜ ਨਾਲ ਕੰਮ ਕਰਦੇ ਨੇ, ਬੈਠ ਕੇ ਮੀਟਿੰਗ ਕਰੋ। ਅਗਰ ਕੋਈ ਇਨਵੈਸਟਮੈਂਟ ਪ੍ਰਾਪਰਟੀ ਵੀ ਲੱਭ ਰਹੇ ਹੋ ਤਾਂ ਵੀ ਤੁਹਾਡੀ ਜਿਹੜੀ ਹੈ ਉਸ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈਗਾ। ਸੋ ਸੰਪਰਕ ਕਰੋ ਉਹਨਾਂ ਦੇ ਨਾਲ। ਉਹਨਾਂ ਦਾ ਫੋਨ ਨੰਬਰ ਅਗੇਨ 3659990709 ਦੇ ਉੱਤੇ। TV16 टोरंटो देख रहे हैं दर्शकों को सत श्री अकाल। मैं केविन गुरबाल लेके आ रही हूँ प्रोग्राम मस्ती विद किड्स। अगर तुहाडी एज 5 to 14 है फिर तुसी इस प्रोग्राम विच पार्टिसिपेट कर सकते हो। अगर तुसी मेरे गेस्ट बनना चाहते हो contact tv16toronto@gmail.com। जहाँ टेक्स्ट मैसेज और व्हाट्सएप करो 647-528-1016। ते फिर मिलते हैं प्रोग्राम मस्ती विद किड्स ओनली ऑन TV16 टोरंटो ते। ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ ਪ੍ਰੋਗਰਾਮ ਚਾਰੇ ਜੀ ਖੁੱਲਾ ਸੱਦਾ। ਉਮੀਦ ਕਰਦਾ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ। ਆਓ ਆਪਾਂ ਅੱਗੇ ਪ੍ਰੋਗਰਾਮ ਦੇ ਵਿੱਚ ਅਖੀਰਲੇ ਪੜਾਅ ਦੇ ਵਿੱਚ ਕੁਝ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਕਰਦੇ ਹੈਗੇ ਆ। ਸੋ ਮੈਂ ਗੱਲ ਕਰਦਾ ਪਿਆ ਸੀਗਾ ਕਿ ਜਿਨ੍ਹਾਂ ਨੂੰ ਇਹ ਭਾਰਤੀ ਹੋਣ ਤੇ ਮਾਣ ਆ ਕਿ ਅਸੀਂ ਉਸ ਭਾਰਤ ਦੇਸ਼ ਦੇ ਵਸਨੀਕ ਹੈਗੇ ਆ, ਜਾਂ ਵਸਨੀਕ ਸੀਗੇ, ਜਾਂ ਹਾਲੇ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਚੀਜ਼ ਹੈਗੀ ਆ ਕਿ ਸਾਨੂੰ ਉਸ ਦੇਸ਼ ਦੇ ਵਿੱਚ ਕੋਈ ਪ੍ਰੋਬਲਮ ਨਹੀਂ। ਬਾਹਰ ਤੋਂ ਜਾਣ ਵਾਲਿਆਂ ਦੀ ਮੈਂ ਗੱਲ ਕਰਾਂਗਾ।
ਪਹਿਲਾਂ ਮੈਂ ਉਹ ਗੱਲ ਕਰਾਂਗਾ ਇਸ ਇਨਸਾਨ ਬਾਰੇ। ਇਹਦੇ ਤੇ ਮੈਨੂੰ ਕੋਈ ਜ਼ਿਆਦਾ ਇਹ ਨਹੀਂ ਕਿ ਇਹਨੂੰ ਕੋਈ ਮਾਣ ਹੋਏਗਾ ਭਾਰਤੀ ਹੋਣ ਤੇ। ਮੈਂ ਗੱਲ ਕਰ ਰਿਹਾ ਇੱਕ ਇਨਸਾਨ ਦੀ, ਅਮਰੀਕ ਸਿੰਘ ਸਪੇਨ ਦੀ, ਜਿਹੜਾ ਹੈਗਾ ਉਹ ਇਸ ਬੰਦੇ ਨੂੰ ਵੀ 32-33 ਘੰਟੇ ਉੱਥੇ ਰੱਖ ਕੇ ਤੇ ਵਾਪਸ ਕਰ ਦਿੱਤਾ ਗਿਆ, ਐਂਟਰੀ ਨਹੀਂ ਮਿਲੀ ਉੱਥੇ। ਹੁਣ ਤੁਸੀਂ ਇਹ ਦੱਸੋ ਵੀ ਅਮਰੀਕ ਸਿੰਘ ਸਪੇਨ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹੁੰਦਾ ਕਿ ਇਹ ਉਹ ਇਨਸਾਨ ਆ ਜਿਹਨੇ ਮਨੁੱਖਤਾ ਦੀ ਬਹੁਤ ਜ਼ਿਆਦਾ ਸੇਵਾ ਕੀਤੀ। ਕਰੋਨਾ ਦੇ ਵਿੱਚ ਆਕਸੀਜਨ ਸਿਲੰਡਰ ਜਿਹੜੇ ਨੇ ਇਸ ਬੰਦੇ ਨੇ ਪਤਾ ਨਹੀਂ ਕਿੰਨੇ ਕੁ, ਬਿਨਾਂ ਕਿਸੇ ਦੀ ਜਾਤ, ਧਰਮ, ਰੰਗ, ਕੋਈ ਹੋਰ ਚੀਜ਼ ਦੇਖਣ ਤੋਂ ਬਗੈਰ ਇਸ ਬੰਦੇ ਨੇ ਬੜੀ ਵੱਡੀ ਸੇਵਾ ਕੀਤੀ ਕਰੋਨਾ ਦੇ ਦੌਰਾਨ ਦਿੱਲੀ ਦੇ ਵਿੱਚ। ਆਪਣੇ ਕੋਲੋਂ ਬਹੁਤ ਸਾਰੇ ਪੈਸੇ ਵੀ ਲਾਏ, ਲੱਖਾਂ ਰੁਪਈਏ ਵੀ ਲਾਏ ਉੱਥੇ। ਉਸ ਤੋਂ ਇਲਾਵਾ ਇਹਦੀ ਸਪੇਨ 'ਚ ਵੀ ਬਹੁਤ ਵੱਡੀ ਦੇਣ ਆ। ਬਹੁਤ ਸਾਰੇ ਹੋਰ, ਜਾਂ ਸਪੇਨ ਦੇ ਵਿੱਚ ਕੋਈ ਕਿਸੇ ਨੂੰ ਮਦਦ ਚਾਹੀਦੀ ਆ, ਕਿਸੇ ਨੂੰ ਕੋਈ ਗਰੀਬ ਬੱਚੇ ਨੇ ਉਹਨਾਂ ਨੂੰ ਇਹ ਪੜ੍ਹਾ ਰਿਹਾ ਇਨਸਾਨ, ਹਨਾ। ਤਾਂ ਇਸ ਦੇ ਬਾਵਜੂਦ ਵੀ ਜਦੋਂ ਉਹ ਬੰਦਾ ਭਾਰਤ ਵਿੱਚ ਜਾਂਦਾ ਤਾਂ ਉਸ ਟਾਈਮ ਦੇ ਉੱਤੇ ਇਹਨੂੰ ਜਿਹੜਾ ਹੈ ਭਾਰਤੀ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਹੈਗਾ ਜਾਂ ਇਮੀਗ੍ਰੇਸ਼ਨ ਵਾਲੇ ਨੇ ਉੱਥੋਂ ਐਂਟਰੀ ਦੇਣ ਤੋਂ ਮਨਾ ਕਰ ਦਿੰਦੇ ਨੇ। ਇਸ ਕਰਕੇ ਇਹ ਜਿਹੜਾ ਮਨਾ ਕਰ ਦਿੰਦੇ ਨੇ ਕਿ ਇਹ ਆਮ ਬੰਦਿਆਂ ਦੀ ਸੋਚ ਆ। ਆਮ ਬੰਦਾ ਇਸ ਨੂੰ ਇਸ ਤਰੀਕੇ ਨਾਲ ਸੋਚ ਰਿਹਾ ਹੈਗਾ ਕਿ ਇਸ ਨੇ ਕਿਸਾਨੀ ਸੰਘਰਸ਼ ਦੇ ਵਿੱਚ ਲੋਕਾਂ ਦੀ ਮਦਦ ਕੀਤੀ, ਉੱਥੇ ਕਿਸਾਨੀ ਸੰਘਰਸ਼ ਦੀ, ਕਿਸਾਨੀ ਮੋਰਚੇ ਦੀ ਮਦਦ ਕੀਤੀ। ਇਸ ਕਰਕੇ ਇਹਨੂੰ ਜਿਹੜਾ ਹੈ ਉੱਥੋਂ ਦਿੱਲੀ ਤੋਂ ਵਾਪਸ ਕਰ ਦਿੱਤਾ ਗਿਆ। ਮੈਂ ਇਹਨੂੰ ਇਸ ਤਰ੍ਹਾਂ ਦੇ ਨਾਲ ਨਹੀਂ ਲੈਣਾ, ਮੈਂ ਇਹਨੂੰ ਸਿੱਖ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰਾਂਗਾ। ਸਿੱਖ ਨਜ਼ਰੀਏ ਅਨੁਸਾਰ ਇਹ ਹੈਗਾ, ਇਹ ਇਕੱਲਾ ਇਹ ਨਹੀਂ ਹੈਗਾ ਕਿ ਉਸ ਨੇ ਕਿਸਾਨੀ ਮੋਰਚੇ ਦੀ ਮਦਦ ਕੀਤੀ ਤੇ ਇਸ ਕਰਕੇ ਉਹਨੂੰ ਜਿਹੜਾ ਹੈ ਉਹ ਉੱਥੋਂ ਵਾਪਸ ਕੀਤਾ ਗਿਆ। ਨਹੀਂ, ਇਕੱਲਾ ਇਹ ਨਹੀਂ, ਉਹ ਪੂਰਨ ਗੁਰਸਿੱਖ ਆ, ਗੁਰਸਿੱਖੀ ਬਾਣੇ ਦੇ ਵਿੱਚ ਹੈਗਾ। ਔਰ ਇਹ ਨਹੀਂ ਕਿ ਉਸ ਬੰਦੇ ਨੂੰ ਸਿਰਫ ਇਸ ਕਰਕੇ ਕਿਸਾਨੀ ਸੰਘਰਸ਼ ਕਰਕੇ ਵਾਪਸ ਕੀਤਾ ਗਿਆ, ਉਹਨੂੰ ਸਿੱਖ ਹੋਣ ਤੇ ਵਾਪਸ ਕੀਤਾ ਗਿਆ ਉੱਥੋਂ। ਇਹ ਮੈਂ ਦਾਅਵੇ ਨਾਲ ਇਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦਾ ਪਿਆ। ਤੇ ਬਹੁਤ ਸਾਰੇ ਹੋਰ ਕੁਝ ਬੰਦੇ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਆਏ, ਸੋਸ਼ਲ ਮੀਡੀਆ ਦੇ ਉੱਤੇ ਆ ਕੇ ਉਹਨਾਂ ਨੇ ਆਪਣੇ ਕੁਝ ਕੁ ਬੰਦਿਆਂ ਨੇ ਆਪਣਾ ਪ੍ਰਗਟਾਵਾ ਕੀਤਾ। ਉਹਨਾਂ ਨੇ ਇਹ ਕਿਹਾ ਇਹ ਗੱਲ ਕਿ ਸਾਨੂੰ ਉੱਥੇ 32-33 ਘੰਟੇ ਬਿਠਾ ਕੇ ਫਿਰ ਸਾਨੂੰ ਵਾਪਸ ਉੱਥੋਂ ਕਰ ਦਿੱਤਾ ਗਿਆ ਹੈਗਾ। ਲੇਕਿਨ ਬਹੁਤ ਸਾਰੀਆਂ ਫੈਮਲੀਆਂ, ਬਹੁਤ ਸਾਰੇ ਉਹ ਲੋਕ ਜਿਹੜੇ ਲੋਕ ਆਪਣਾ ਪ੍ਰਗਟਾਵਾ ਇਸ ਕਰਕੇ ਨਹੀਂ ਕਰ ਸਕੇ ਕਿ ਫਿਰ ਸਾਨੂੰ ਕਦੀ ਜਾਣਾ ਪਏਗਾ ਤੇ ਫਿਰ ਸਾਨੂੰ ਮੁਸ਼ਕਲ ਆਏਗੀ, ਬਹੁਤ ਸਾਰਿਆਂ ਨਾਲ ਹੋਇਆ। ਪਰ ਬਹੁਤ ਸਾਰੇ ਕਈ ਲੋਕ ਇੱਥੇ ਅਲੱਗ-ਅਲੱਗ ਸੋਸ਼ਲ ਮੀਡੀਆ ਦੇ ਜਾਂ ਹੋਰ ਮੀਡੀਆ ਦੇ ਉੱਤੇ ਗੱਲਾਂ ਕਰਦੇ ਨੇ ਜੀ ਨਹੀਂ ਜੀ ਇਦਾਂ ਦੀ ਤੇ ਕੋਈ ਗੱਲ ਨਹੀਂ ਆ, ਉਹ ਤਾਂ ਬਹੁਤ ਸਾਰੇ ਲੋਕ ਗਏ ਵੀ ਨੇ, ਕੁਝ ਨੂੰ ਐਂਟਰੀ ਦੇ ਵੀ ਦੇਣਗੇ। ਪਰ ਸਵਾਲ ਇੱਥੇ ਇਹ ਪੈਦਾ ਹੁੰਦਾ ਕਿ ਅਗਰ ਕੋਈ ਚਲੋ ਬੰਦਾ ਕਿਸਾਨੀ ਸੰਘਰਸ਼ ਮੋਰਚੇ ਦੀ ਵੀ ਜਿਹੜੀ ਹੈ ਉਹ ਹਮਾਇਤ ਕਰਦਾ ਤੇ ਉਸ ਬੰਦੇ ਨੂੰ ਉਹ ਜਿਹੜੀ ਆ ਐਂਟਰੀ ਕਿਉਂ ਨਹੀਂ ਦੇ ਰਹੇ ਹੈਗੇ? ਅਸਲ ਦੇ ਵਿੱਚ ਐਂਟਰੀ ਉਹ ਇਸ ਕਰਕੇ ਨਹੀਂ ਦੇ ਰਹੇ ਹੈਗੇ ਕਿ ਇੱਕ ਘਟਨਾ ਆਪਾਂ ਹੋਰ ਇਹਦੇ ਨਾਲ ਜੋੜ ਲਈਏ। ਇੱਕ ਹੋਰ ਸ਼ਖਸ ਜਿਹਨੂੰ ਸ਼ਖਸੀਅਤ ਵੀ ਕਹਿ ਦਿੰਦੇ ਨੇ ਲੋਕ, ਕਿ ਉਹ ਬੰਦੇ ਨੂੰ ਵੀ ਜਿਹੜਾ ਹੈ ਦਰਸ਼ਨ ਸਿੰਘ ਧਾਲੀਵਾਲ, ਜਿਹਨੂੰ ਕਿ ਆਪਾਂ ਮੰਨ ਸਕਦੇ ਹਾਂ ਕਿ ਉਹ ਬੰਦਾ ਸ਼ਖਸੀਅਤ ਆ, ਇਸ ਸ਼ਖਸੀਅਤ ਤੋਂ, ਇਸ ਪੱਖ ਤੋਂ ਸ਼ਖਸੀਅਤ ਆ ਕਿ ਉਹ ਬਹੁਤ ਰਿਚ ਆਦਮੀ ਆ, ਅਮੀਰ ਆਦਮੀ ਆ। ਤੇ ਉਹਦਾ ਜਿਹੜਾ ਬ੍ਰਦਰ ਹੈਗਾ ਉਹ ਅਕਾਲੀ ਦਲ ਦੇ ਵਿੱਚ ਜਿਹੜਾ ਹੈ ਉਹ ਸੁਰਜੀਤ ਸਿੰਘ ਰਖੜਾ, ਜਿਹੜਾ ਉਹ ਸਿਰਕੱਢ ਨੇਤਾ ਦੇ ਵਿੱਚੋਂ ਜਾਣਿਆ ਜਾਂਦਾ ਹੈਗਾ। ਤੇ ਉਹਨਾਂ ਦੇ ਬ੍ਰਦਰ ਨੇ ਇਸ ਭਾਰਤੀ ਸੰਵਿਧਾਨ ਦੀ ਕਈ ਵਾਰ ਸਹੁੰ ਖਾ ਕੇ ਭਾਰਤੀ ਹੋਣ ਦਾ ਮਾਣ ਵੀ ਉਹਨਾਂ ਨੇ ਖੱਟਿਆ ਹੈਗਾ, ਚਾਹੇ ਉਹ ਅਕਾਲੀ ਦਲ ਵੱਲੋਂ ਹੀ ਹੈ। ਅਕਾਲੀ ਦਲ ਬੀਜੇਪੀ ਦੀ ਭਾਈਵਾਲ ਪਾਰਟੀ ਹੈ ਤੇ ਬੀਜੇਪੀ ਜਿਹੜਾ ਹੈਗਾ ਉਹ ਸੰਘ ਦੇ ਸਿਰ ਤੇ ਉੱਤੇ ਚੱਲਦਾ। ਤੇ ਇਸ ਭਾਰਤੀ ਹਿੰਦੂ ਰਾਸ਼ਟਰ ਦਾ ਜਿਹੜਾ ਏਜੰਡਾ ਉਹ ਲਾਗੂ ਕਰਨ ਤੇ ਤੁਲਿਆ ਹੋਇਆ, ਉਹਨਾਂ ਦਾ ਸਾਰਾ ਇਹ ਜਿਹੜਾ ਖੇਡ ਰਚੀ ਹੋਈ ਆ। ਉਹਦੇ ਵਿੱਚ ਇਹ ਲੋਕ, ਉਹਨਾਂ ਨੇ ਇੱਕ ਜਿਹੜਾ ਮੀਲ ਪੱਥਰ ਸਥਾਪਿਤ ਕਰਨ ਵਾਲੀ ਗੱਲ ਹੁੰਦੀ ਆ ਕਿ ਇੱਕ ਉਹੋ ਜਿਹੇ ਬੰਦੇ ਨੂੰ ਵੀ ਤੁਸੀਂ ਜਿਹੜਾ ਵੀਜ਼ਾ ਨਾ ਦਿਓ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਇਹ ਕਹਿਣ ਨੂੰ ਹੋ ਜਾਵੇ
ਸਪਸ਼ਟ ਤੌਰ ਦੇ ਉੱਤੇ ਕਿ ਜੇ ਅਸੀਂ ਦਰਸ਼ਨ ਸਿੰਘ ਢਾਲੀਵਾਲ ਨੂੰ ਵਾਪਸ ਕਰ ਸਕਦੇ ਹਾਂ ਤੇ ਅਸੀਂ ਕਿਸੇ ਨੂੰ ਵੀ ਉੱਥੇ ਐਂਟਰੀ ਜਿਹੜੀ ਆ ਉਹ ਨਹੀਂ ਦੇਣ ਦਵਾਂਗੇ, ਜਾਂ ਮਰਜ਼ੀ ਆ ਸਾਡੀ ਜਿਹਨੂੰ ਦੇਣ ਦੇਵਾਂਗੇ ਜਾਂ ਜਿਹਨੂੰ ਨਹੀਂ ਆ ਤਾਂ ਅਸੀਂ ਨਹੀਂ ਜਿਹੜਾ ਹੈ ਉੱਥੇ ਦਵਾਂਗੇ। ਸੋ ਸਵਾਲ ਇੱਥੇ ਇਹ ਪੈਦਾ ਹੁੰਦਾ ਹੈਗਾ ਕਿ ਜੇ ਕੋਈ ਇਹ ਸਮਝੇ ਕਿ ਮੈਂ ਇੱਥੋਂ ਜਾ ਰਿਹਾ ਜਾਂ ਕਿਤੋਂ ਵੀ ਅਮਰੀਕਾ, ਕੈਨੇਡਾ, ਜਰਮਨ, ਫਰਾਂਸ, ਜਰਮਨੀ, ਜਿੱਥੇ ਵੀ ਬਾਹਰ ਕੋਈ ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੋਂ ਵੀ ਕੋਈ ਜਾ ਰਿਹਾ ਹੈਗਾ, ਉਹਦੇ ਮਨ ਦੇ ਵਿੱਚ ਇੱਕ ਚੀਜ਼ ਦਾ ਡਰ ਪੈਦਾ ਹੋ ਜਾਏਗਾ, ਇੱਕ ਚੀਜ਼ ਉਹਦੇ ਮਨ ਦੇ ਵਿੱਚ ਧੁੜਕੂ ਲੱਗਾ ਹੋਏਗਾ ਕਿ ਜਦੋਂ ਮੈਂ ਦਿੱਲੀ 에ਅਰਪੋਰਟ ਦੇ ਵਿੱਚ ਐਂਟਰ ਕਰਾਂਗਾ ਤੇ ਜਦੋਂ ਮੈਂ ਇਮੀਗ੍ਰੇਸ਼ਨ ਕਲੀਅਰ ਕਰਾਉਣ ਲੱਗਾਂਗਾ ਕਿ ਕੀ ਮੈਨੂੰ ਉੱਥੇ ਅੰਦਰ ਜਾਣ ਦਿੱਤਾ ਜਾਵੇਗਾ ਕਿ ਨਹੀਂ ਜਾਣ ਦਿੱਤਾ ਜਾਏਗਾ। ਇਹ ਇੱਕ ਬੜੀ ਵੱਡੀ ਬੇਗਾਨਗੀ ਦਾ ਅਹਿਸਾਸ ਹੈ। ਇਹ ਇੱਕ ਉਹ ਚਿਹਰਾ ਹੈ ਜਿਹੜਾ ਸਾਨੂੰ ਤਾਂ ਬਹੁਤ ਚਿਰ ਤੋਂ ਇਸ ਚੀਜ਼ ਦੀ ਸਮਝ ਆ, ਜਾਂ ਅਸੀਂ ਤਾਂ ਬਹੁਤ ਦੇਰ ਦੇ ਇਸ ਦੇ ਉੱਤੇ ਗੱਲਬਾਤ ਕਰਦੇ ਆ ਰਹੇ ਹਾਂ, ਰੌਲਾ ਪਾਉਂਦੇ ਆ ਰਹੇ ਹਾਂ, ਜਾਂ ਉਹ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਸੁੱਤੇ ਪਏ ਆ, ਤਾਂ ਜਿਹੜੇ ਆਪਣੇ ਆਪ ਨੂੰ ਛਾਤੀ ਚੌੜੀ ਕਰਕੇ ਇੱਕ ਭਾਰਤੀ ਹੋਣ ਦਾ ਜਿਹੜਾ ਮਾਣ ਹਾਸਲ ਕਰਕੇ ਤੇ ਆਪਣੇ ਆਪ ਨੂੰ ਜਿਹੜਾ ਉਹ ਕਹਿ ਰਹੇ ਨੇ। ਜਿਹੜਾ ਇੱਥੇ ਸਵਾਲ ਇੱਕ ਪੈਦਾ ਹੁੰਦਾ, ਕਿਤੇ ਦੱਸਿਓ ਕੋਈ, ਜਾਂ ਕਿਸੇ ਕੋਲ ਕੋਈ ਇਹੋ ਜਿਹੀ ਫੈਮਿਲੀ ਘਟਨਾਵਾਂ ਹੋਈਆਂ ਜਾਂ ਕੋਈ ਇਹੋ ਜਿਹਾ ਬੰਦਾ ਜਿਹਦੇ ਮਗਰ ਜਿਹੜਾ ਉਹ ਸਿੰਘ ਨਾ ਲੱਗਦਾ ਹੋਵੇ ਤੇ ਉਸ ਬੰਦੇ ਨੂੰ ਭਾਰਤੀ ਇਮੀਗ੍ਰੇਸ਼ਨ ਨੇ ਕਿਤੇ ਇਮੀਗ੍ਰੇਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਹੋਵੇ। ਮੈਂ ਅੱਜ ਹੀ ਨਹੀਂ ਕਹਿੰਦਾ ਕਿ ਜਿਹੜੇ ਪਿਛਲੇ ਹੁਣ ਕੁਝ ਦਿਨਾਂ ਤੋਂ, ਮੈਂ ਕਹਿੰਦਾ ਆਉਣ ਵਾਲੇ ਸਾਲ 'ਚ ਕੋਈ ਇਹੋ ਜਿਹੀ ਵੀਡੀਓ ਦਿਖਾ ਦਿਓ ਕਿ ਇਸ ਬੰਦੇ ਨੂੰ ਉੱਥੇ ਜਾਣ ਤੋਂ ਜਿਹੜਾ ਉਹਨਾਂ ਨੇ ਡੱਕਿਆ। ਇਸ ਸਪਸ਼ਟ ਤੌਰ ਦੇ ਉੱਤੇ ਤੁਹਾਨੂੰ ਮੈਂ ਇਸ ਕਰਕੇ ਗੱਲ ਇਹ ਕਹਿ ਰਿਹਾ ਹੈਗਾ ਕਿ ਉਹਨਾਂ ਨੂੰ ਕਿਸੇ ਨੂੰ ਡੱਕਿਆ ਹੀ ਨਹੀਂ ਜਾਣਾ। ਉਹਨਾਂ ਦੇ ਉੱਤੇ ਕੋਈ ਸਵਾਲੀਆ ਨਿਸ਼ਾਨ ਉਹਨਾਂ ਦੇ ਉੱਤੇ ਹੈ ਹੀ ਨਹੀਂ ਕੋਈ ਵੀ, ਚਾਹੇ ਉਹ ਡਾਕੂ, ਚਾਹੇ ਲੁਟੇਰਾ, ਚਾਹੇ ਉਹ ਅੱਤਵਾਦੀ ਹੋਵੇ, ਚਾਹੇ ਉਹਦੇ ਤੇ ਕੋਈ ਮੋਹਰ ਲਾਈ ਹੋਵੇ ਬਾਹਰ ਦੀ ਕਿਸੇ ਕੰਟਰੀ ਨੇ, ਜਾਂ ਡਿਕਲੇਅਰ ਕੀਤਾ ਹੋਵੇ ਵੀ ਆਹ ਬੰਦਾ ਇਸ ਤਰ੍ਹਾਂ ਦੇ ਨਾਲ ਆ, ਲੇਕਿਨ ਉਹਨੂੰ ਭਾਰਤ ਦੇ ਵਿੱਚ ਐਂਟਰੀ ਮਿਲੇਗੀ। ਲੇਕਿਨ ਜਿਹੜਾ ਕੋਈ ਇਨਸਾਨ, ਜਿਹੜਾ ਕੋਈ ਬੰਦਾ ਆਪਣੀ ਗੱਲ ਭਾਵੇਂ ਨਾਰਮਲੀ ਕੋਈ ਗੱਲ ਕਰਦਾ ਵੀ ਨਾ ਹੋਵੇ, ਲੇਕਿਨ ਉਹਦੇ ਅੱਗੇ ਸਿੰਘ ਲੱਗਿਆ ਹੋਵੇ ਜਾਂ ਉਹ ਪਗੜੀ ਧਾਰੀ ਹੋਵੇ ਤੇ ਖਾਸ ਤੌਰ ਦੇ ਉੱਤੇ ਨੇ ਦਮਾਲਾ ਸਜਾਇਆ ਹੋਵੇ, ਜਾਂ ਉਹਨੇ ਦਮਾਲਾ ਵੀ ਨਹੀਂ ਸਜਾਇਆ ਹੋਵੇ, ਸਿੱਧੀ ਸਿੱਖੀ ਸਰੂਪ ਦੇ ਵਿੱਚ ਹੋਵੇ, ਉਹਨੂੰ ਭਾਰਤੀ ਸਰਕਾਰ ਜਿਹੜੀ ਆ ਉਹ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਰੂਪ ਦੇ ਵਿੱਚ ਡੱਕੇਗੀ। ਇਹ ਇੱਕ ਆਪਣੇ ਮਨ ਦੇ ਵਿੱਚ ਬਿਠਾ ਕੇ ਚੱਲਿਓ ਤੇ ਫਿਰ ਇੱਥੋਂ ਤੁਸੀਂ ਇਹ ਅੰਦਾਜ਼ਾ ਲਾ ਲਓ, ਜਿਹੜੇ ਲੋਕ ਇਹ ਛਾਤੀ ਚੌੜੀ ਕਰਕੇ ਕਹਿੰਦੇ ਸੀ ਕਿ ਸਾਨੂੰ ਤਾਂ ਕਿਸੇ ਸਿੱਖ ਰਾਜ ਦੀ ਜ਼ਰੂਰਤ ਨਹੀਂ ਹੈ, ਜਾਂ ਸਾਨੂੰ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ, ਅਸੀਂ ਤਾਂ ਬੜੇ ਖੁੱਲ੍ਹੇਆਮ ਜਾਣੇ ਆਉਨੇ ਆ, ਸਾਡੇ ਵਾਸਤੇ ਤਾਂ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ। ਉਹ ਆਪਣਾ ਜਿਹੜਾ ਹੁਣ ਅੱਖਾਂ ਖੋਲਣ, ਆਪਣੇ ਦਿਮਾਗ ਦੀ ਜਿਹੜੀ ਉਹ ਬੱਤੀ ਆ ਬੁਝੀ ਹੋਈ ਉਹਨੂੰ ਜਗਾਉਣ ਕਿ ਭਾਈ ਹੁਣ ਤੁਸੀਂ ਕਿਹੜਾ ਰਸਤਾ ਅਪਣਾਓਗੇ, ਕਿਹੜਾ ਰਸਤਾ ਉਹ ਤੁਹਾਡੇ ਕੋਲ ਰਹਿ ਜਾਏਗਾ। ਜਦੋਂ ਬਹੁਤ ਗਿਣਤੀ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਡਰ ਪਾ ਦਿੱਤਾ ਜਾਏਗਾ, ਤੁਹਾਨੂੰ ਤੁਹਾਡੀ ਇਹ ਸੋਚ ਬਣਾ ਦਿੱਤੀ ਜਾਏਗੀ ਕਿ ਤੁਹਾਨੂੰ ਜਿਹੜਾ ਹੈ ਉਹ ਉੱਥੇ ਐਂਟਰੀ ਅਸੀਂ ਨਹੀਂ ਦੇਣੀ, ਅੱਧਿਆਂ ਨੂੰ ਦੇ ਦੇਣਗੇ, ਅੱਧਿਆਂ ਨੂੰ ਨਹੀਂ ਦੇਣਗੇ। ਫਿਰ ਤੁਹਾਡੇ ਉੱਥੇ ਜਦੋਂ ਲੱਗੀ ਹੋਈ BSF ਹੈਗੀ ਆ, ਉਹ ਜਾ ਕੇ ਅੱਧੇ ਤੋਂ ਜ਼ਿਆਦਾ ਪੰਜਾਬ ਉਹਨਾਂ ਨੇ ਘੇਰ ਲਿਆ। ਫਿਰ ਤੁਹਾਡੇ ਬਾਹਰੋਂ ਆਏ ਹੋਏ ਬੰਦਿਆਂ ਦੇ ਉੱਤੇ ਤੁਹਾਡੀ ਛਾਣਬੀਣ ਕਰਿਆ ਕਰੇਗੀ, ਤੁਹਾਡੇ ਕੱਪੜੇ ਫੋਲਿਆ ਕਰੇਗੀ, ਤੁਹਾਡੇ ਘਰ ਫੋਲਿਆ ਕਰੇਗੀ, ਤੁਹਾਡੇ ਉੱਤੇ ਕੋਈ ਪਰਚਾ ਜਿਹੜਾ ਸੀਗਾ ਉਹ ਦੇ ਕੇ ਤੁਹਾਨੂੰ ਅੰਦਰ ਸੁੱਟਿਆ ਜਾਇਆ ਕਰੇਗਾ। ਉੱਥੇ ਵੀ ਨਹੀਂ ਅੰਦਰ ਸੁੱਟਿਆ ਜਾਏਗਾ, ਨੈਸ਼ਨਲ ਏਜੰਸੀ ਦੇ ਹਵਾਲੇ ਕਰ ਦਿੱਤਾ ਜਾਏਗਾ। ਇਹ ਸਾਰਾ ਕੁਝ ਹੋਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਸ ਦੇ ਉੱਤੇ ਅਸੀਂ ਅੱਜ ਇਹ ਸੋਚ ਵਿਚਾਰ ਕਰ ਲਈਏ ਕਿ ਅਸੀਂ ਕਿੱਥੇ ਖੜੇ ਹਾਂ, ਸਾਡੀ ਸੋਚ ਕਿੱਥੇ ਖੜੀ ਆ, ਅਸੀਂ ਕਿਉਂ ਅਲੱਗ-ਅਲੱਗ ਧੁਰ ਜਾਂ ਅਲੱਗ-ਅਲੱਗ ਬੰਸਰੀਆਂ ਵਜਾਉਣ ਤੁਰੇ ਹੋਏ ਆ। ਸਾਡੀ ਬੰਸਰੀ ਵੀ ਇੱਕ ਵੱਜਣੀ ਚਾਹੀਦੀ ਆ ਨਾ ਕਿ ਭਾਈ ਤੁਸੀਂ ਸਾਨੂੰ ਐਂਟਰੀ ਨਹੀਂ ਦੇਣੀ ਤੇ ਭਾਈ ਅਸੀਂ ਤੁਹਾਡੇ ਨਾਲ ਰਹਿਣਾ ਹੀ ਨਹੀਂ, ਸਾਨੂੰ ਸਿੱਧਾ ਕਿ ਅਸੀਂ ਤੁਹਾਡੇ ਨਾਲ ਵੱਖ ਹੋਣਾ ਚਾਹੁੰਦੇ ਆ, ਅਸੀਂ ਆਪਣਾ ਦੇਸ਼ ਚਾਹੁੰਦੇ ਆ ਤੇ ਸਾਡਾ ਦੇਸ਼ ਜਿਹੜਾ ਉਹ ਅਲੱਗ ਹੋਏਗਾ, ਨਾ ਸਾਨੂੰ ਉੱਥੇ ਵਿੱਚ ਕੋਈ ਕਿਸੇ ਕਿਸਮ ਦੀ ਸਾਨੂੰ ਜਾਣ ਲੱਗਿਆ ਕੋਈ ਧੁੜਕੂ ਰਹੇਗਾ। ਤੇ ਭਾਈ ਇਹ ਸਾਨੂੰ ਅੱਜ ਵੀ ਕਰਨਾ ਪੈਣਾ ਜੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਨਾ ਪੈਣਾ,
ਤੇ ਕਿਉਂ ਨਾ ਜਿਹੜੇ ਲੋਕ ਇੰਨੇ ਸਾਲਾਂ ਤੋਂ ਤੁਰੇ ਹੋਏ ਆ, ਅਸੀਂ ਉਹਨਾਂ ਲੋਕਾਂ ਦਾ ਸਾਥ ਦਈਏ ਤੇ ਆਪਣਾ ਕੋਈ ਰਸਤਾ ਲੱਭ ਕੇ ਆਲੇ ਦੁਆਲੇ ਵੱਲ ਨਿਗਾਹ ਮਾਰ ਲਈਏ ਕਿ ਸਾਡੀ ਹੋਂਦ ਬਚ ਕਿਵੇਂ ਸਕਦੀ ਹੈਗੀ ਆ। ਉਮੀਦ ਕਰਦਾ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਗੱਲਾਂ ਕੁਛ ਕੌੜੀਆਂ ਨੇ ਪਰ ਸੱਚੀਆਂ ਨੇ। ਸੋ ਇਸ ਉਮੀਦ ਦੇ ਨਾਲ ਤੇ ਕੱਲ ਆਪਾਂ ਦੁਬਾਰਾ ਪਰਮਾਤਮਾ ਨੇ ਸਾਹ ਬਖਸ਼ੇ ਤੇ 6 ਵਜੇ ਦੁਬਾਰਾ ਟੋਰਾਂਟੋ ਸਮੇਂ ਮੁਤਾਬਕ ਤੁਹਾਡੇ ਨਾਲ ਇਸ ਪ੍ਰੋਗਰਾਮ ਖੁੱਲਾ ਸੱਦਾ ਦੇ ਵਿੱਚ ਹਾਜ਼ਰੀ ਲਵਾਵਾਂਗੇ। ਸੋ ਮਿਲਦੇ ਹਾਂ ਜੀ ਕੱਲ ਨੂੰ ਆਪਾਂ। ਭੈ ਕਾਹੂ ਕੋ ਦੇਤਨਾ ਨਾ ਪੈਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।